ਤੁਸੀਂ ਜਿਹੜੇ 2-4 ਲੱਖ ਲੋਕ ਉੱਥੇ ਬੈਠੇ ਹੋਏ ਨੇ ਧਰਨੇ ਤੇ, ਤੁਸੀਂ ਉਹਨੂੰ ਕਿਸ ਤਰ੍ਹਾਂ ਉਠਾ ਸਕਦੇ ਹੋ? ਨਾ ਤੁਸੀਂ ਉੱਥੇ ਆਰਮੀ ਯੂਜ਼ ਕਰ ਸਕਦੇ ਹੋ, ਨਾ ਤੁਸੀਂ ਸਿਕਿਉਰਿਟੀ ਫੋਰਸਿਸ ਯੂਜ਼ ਕਰ ਸਕਦੇ ਹੋ। ਔਰ ਜੇ ਉੱਥੇ ਤਾਕਤ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਮੈਨੂੰ ਲੱਗਦਾ ਜਲਿਆਂਵਾਲਾ ਬਾਗ ਤੋਂ ਇੱਕ ਵੱਡਾ ਸਾਕਾ ਉੱਥੇ ਹੋਰ ਹੋ ਜਾਏਗਾ। ਸੋ ਸਰਕਾਰ ਨੂੰ ਹੁਣ ਇਹ ਗੱਲਾਂ ਸਮਝ ਪੈ ਰਹੀਆਂ ਵੀ ਅਸੀਂ ਆਪਣੇ ਆਪ ਨੂੰ ਇੱਕ ਬੜੇ ਖਤਰਨਾਕ ਹਾਲਾਤ ਦੇ ਵਿੱਚ ਫਸਾ ਲਿਆ ਹੈਗਾ। ਜਲਿਆਂਵਾਲੇ ਬਾਗ ਦੀ ਸਾਕੇ ਦੀ ਗੱਲ ਕੀਤੀ ਹੈ। ਹਾਕਮ ਧਿਰਾਂ 'ਚ ਕੁਝ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇ ਕਿਸਾਨ ਨਾ ਮੰਨੇ ਤਾਂ ਇਹਨਾਂ ਤੇ ਕਟਾਪਾ ਚਾੜਿਆ ਜਾਏਗਾ। ਇਧਰੋਂ ਉਧਰੀ ਇਦਾਂ ਦੇ ਸੁਨੇਹੇ ਵੀ ਦਿੱਤੇ ਜਾ ਰਹੇ ਆ ਇਸ ਢੰਗ ਦੇ ਨਾਲ। ਜੇ ਕਿਤੇ ਇਹ ਨੀਤੀ ਅਪਣਾਈ ਜਾਏਗੀ ਤਾਂ ਤੁਹਾਨੂੰ ਲੱਗਦਾ ਹੈ ਕਿ ਦੇਸ਼ ਲਈ ਵੀ ਤੇ ਕਿਸਾਨਾਂ ਲਈ ਵੀ ਤੇ ਸਰਕਾਰ ਲਈ ਵੀ ਬਹੁਤ ਘਾਤਕ ਸਾਬਤ ਹੋ ਸਕਦੀ ਹੈ। ਜਗਤਾਰ ਜੀ, ਇਹਦੇ 'ਚ ਇਸ਼ੂ ਇਹ ਹੈਗਾ, ਜੋ ਮੈਨੂੰ ਪਤਾ ਲੱਗਾ ਹੈ ਆਰਮੀ ਤੇ ਆਲਰੇਡੀ ਹੱਥ ਖੜੇ ਕਰ ਰਹੀ ਹੈ। ਉਹ ਕਹਿੰਦੇ ਨੇ ਕਿ ਅਸੀਂ ਇਹੋ ਜਿਹੇ ਇਸ਼ੂ 'ਚ ਆਪਣੇ ਆਪ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੇ। ਹਾਲਾਤ ਅੱਜ ਦੀ ਡੇਟ 'ਚ ਇਹ ਨੇ ਕਿ ਦੇਸ਼ ਦਾ ਕਿਸਾਨ ਜਿਹੜਾ ਹੈ ਉਹ ਇਨ ਖੇਤੀ ਕਾਨੂੰਨਾਂ ਨੂੰ ਕਿਸੇ ਸੂਰਤ ਵਿੱਚ ਵੀ ਮੰਨਣ ਲਈ ਤਿਆਰ ਨਹੀਂ। ਜਿਹੜੇ ਕਾਨੂੰਨ ਬਣਾਏ ਗਏ ਨੇ ਕਿ ਜੀ ਉਹਨਾਂ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਜੀ ਕੋਈ ਵੀ ਕਿਸਾਨ, ਕੋਈ ਵੀ ਬੰਦਾ, ਕਿਸੇ ਅਧਿਕਾਰੀ, ਕਿਸੇ ਸਰਕਾਰ, ਕਿਸੇ ਮੰਤਰੀ, ਕਿਸੇ ਕੰਪਨੀ, ਕਿਸੇ ਦੇ ਖਿਲਾਫ ਕੋਈ ਕੇਸ ਅਦਾਲਤ 'ਚ ਨਹੀਂ ਲੈ ਕੇ ਜਾ ਸਕੇਗਾ। ਤੁਸੀਂ ਉਹਦੀ ਲੈਂਗੁਏਜ ਪੜ੍ਹੋ, ਬੰਦਾ ਹੈਰਾਨ ਹੋ ਜਾਂਦਾ ਹੈ ਕਿ ਇਹ ਸਰਕਾਰ ਨੇ ਬਣਾਏ ਹੋਏ ਨੇ, ਇਹ ਕਿਹਨੇ ਬਣਾਏ ਨੇ? ਇੱਕ ਡੈਮੋਕ੍ਰੇਟਿਕ ਕੰਟਰੀ ਜਿਹਨੂੰ ਜਦੋਂ ਅਸੀਂ ਹਿੰਦੁਸਤਾਨ ਦਾ ਦਾਅਵਾ ਕਰਨੇ ਆ ਅਸੀਂ ਇੱਕ ਡੈਮੋਕ੍ਰੇਟਿਕ ਕੰਟਰੀ ਆ, ਔਰ ਇਹੋ ਜਿਹਾ ਕਾਨੂੰਨ ਬਣਾਉਣਾ ਕਿ ਤੁਸੀਂ ਲੋਕਾਂ ਦੇ ਲੀਗਲ ਰਾਈਟਸ ਜਿਹੜੇ ਨੇ ਖਤਮ ਕਰ ਦਿਓ ਔਰ ਕਹੋ ਕਿ ਇਹਨਾਂ ਨੂੰ ਕੋਰਟ 'ਚ ਜਾਣ ਦਾ ਅਧਿਕਾਰ ਹੀ ਨਹੀਂ ਹੋਏਗਾ ਜੀ, ਬੜੀ ਇੱਕ ਹੈਰਾਨੀਕੁੰਨ ਗੱਲ ਹੈਗੀ ਹੈ। ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ, ਉਹਨਾਂ ਦੀ ਜਿਹੜੀ ਇਹ ਸੋਚ ਸੀ, ਉਹਨੂੰ ਇੰਨਾ ਬੁਰੀ ਤਰ੍ਹਾਂ ਇੱਕ ਤੁਸੀਂ ਕਹਿ ਸਕਦੇ ਹੋ ਫਸਾਤਾ ਹੈਗਾ ਕਿ ਉਹਨਾਂ ਨੂੰ ਹੁਣ ਨਿਕਲਣ ਦਾ ਰਸਤਾ ਨਹੀਂ ਮਿਲ ਰਿਹਾ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਦੇ ਦਰਸ਼ਕਾਂ ਦਾ ਸਵਾਗਤ। ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ਕਾਰੀਆਂ ਕਿਸਾਨ ਜਥੇਬੰਦੀਆਂ ਨੇ ਸਪਸ਼ਟ ਦੋ ਟੁਕ ਫੈਸਲਾ ਸੁਣਾ ਦਿੱਤਾ ਹੈ ਕਿ ਨਵੇਂ ਖੇਤੀ ਕਾਨੂੰਨ ਰੱਦ ਕਰੋ। ਇਸ ਤੋਂ ਹੇਠਾਂ ਕੋਈ ਵੀ ਗੱਲ ਦੇਸ਼ ਦੇ ਕਿਸਾਨ ਨੂੰ ਪ੍ਰਵਾਨ ਨਹੀਂ ਹੈ। ਬੜੇ ਸਬਰ ਤੇ ਸਿਦਕ ਦੇ ਨਾਲ ਦਿੱਲੀ ਦੇ ਬਾਰਡਰ ਤੇ ਬੈਠੇ ਲੱਖਾਂ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਦਿੱਤਾ ਇਹ ਸੁਨੇਹਾ। ਦੂਜੇ ਪਾਸੇ ਕੇਂਦਰ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਡਾਇਲਾਗ ਵੀ ਜਾਰੀ ਰੱਖਿਆ ਜਾਏ ਪਰ ਗੱਲ ਵੀ ਆਪਣੀ ਮਨਵਾਈ ਜਾਏ। ਇਹ ਗੱਲ ਕਿੰਨੀ ਸਹੀ ਸਾਬਤ ਹੁੰਦੀ ਹੈ, ਪਰ ਜਦੋਂ ਆਪਾਂ ਡਿਬੇਟ ਦੇ ਵਿੱਚ ਬੈਠੇ ਹਾਂ ਤਾਂ ਬਿਲਕੁਲ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦੀ ਜਿਹੜੀ ਇਮਾਰਤ ਹੈ ਉਹਦੀ ਭੂਮੀ ਪੂਜਾ, ਉਹਦੇ ਨੀਂਹ ਪੱਥਰ ਦਾ ਜਿਹੜਾ ਉਦਘਾਟਨ ਸੀ, ਸਮਾਗਮ ਸੀ, ਉਸ ਮੌਕੇ ਸੰਬੋਧਨ ਕਰਦਿਆਂ ਇੱਕ ਬੜੀ ਕਮਾਲ ਦੀ ਗੱਲ ਕਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਉਹਨਾਂ ਨੇ ਬਾਬਾ ਨਾਨਕ ਦੀ ਤੁਕ ਦਾ ਹਵਾਲਾ ਦਿੱਤਾ ਹੈ ਕਿ ਸਾਡੇ ਦੇਸ਼ ਦੀ ਜਿਹੜੀ ਜਮਹੂਰੀਅਤ ਹੈ ਉਹਦੇ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਇਹਦੇ 'ਚ ਸੰਵਾਦ ਦੀ, ਡਾਇਲਾਗ ਦੀ ਬਹੁਤ ਵੱਡੀ ਗੁੰਜਾਇਸ਼ ਹੈ। ਤੇ ਡਾਇਲਾਗ ਦੀ ਗੱਲ ਕਰਦਿਆਂ ਉਹਨਾਂ ਨੇ ਬਾਬਾ ਨਾਨਕ ਦੀ ਬਾਣੀ ਦਾ ਹਵਾਲਾ ਦਿੱਤਾ ਕਿ ਕਹਿਣਾ ਤੇ ਸੁਣਨਾ ਦੋਨੇ ਪਾਸਿਆਂ ਤੋਂ। ਸਵਾਲ ਇੱਥੇ ਆ ਕੇ ਖੜਾ ਹੋ ਜਾਂਦਾ ਹੈ ਕਿ ਕੀ ਇਹ ਮਨ ਕੀ ਬਾਤ ਤੇ ਵੀ ਲਾਗੂ ਹੁੰਦਾ ਹੈ ਜਾਂ ਆਪਣਾ ਡਾਇਲਾਗ ਹੀ ਸੁਣਾਇਆ ਜਾਏਗਾ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਤੇ ਇਸ ਖਿੱਤੇ ਦੇ ਸਾਡੇ ਕਦਾਵਰ ਜਰਨਲਿਸਟ ਹਰਕਮਲਜੀਤ ਸਿੰਘ ਜੀ, ਇਸ ਪ੍ਰਾਸ਼ਰ, ਇੰਦਰਪ੍ਰੀਤ ਸਿੰਘ, ਤਿੰਨੇ ਪੈਨਲ ਤੇ ਆ ਚੁੱਕੇ ਆ। ਮੈਂ ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਕਿਸਾਨੀ ਸੰਘਰਸ਼ ਜਿਹੜਾ ਫੈਸਲਾਕੁਨ ਦੌਰ 'ਚ ਦਾਖਲ ਹੋ ਚੁੱਕਾ ਹੈ, ਮੀਡੀਆ ਦੀਆਂ ਨਜ਼ਰਾਂ 'ਚ ਕਿਵੇਂ ਦੇਖਿਆ ਜਾ ਰਿਹਾ ਹੈ, ਇਹਨਾਂ ਮੁੱਦਿਆਂ ਤੇ ਆਪਾਂ ਲਵਾਂਗੇ ਸਵਾਲ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਹਵਾਲਾ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਉਹਨਾਂ ਨੇ ਬਾਬਾ ਨਾਨਕ ਦੀ ਤੁਕ ਦਾ ਹਵਾਲਾ ਦਿੱਤਾ ਹੈ ਤੇ ਕਿਹਾ ਕਿ ਡਾਇਲਾਗ ਜਿਹੜਾ ਹੈਗਾ ਜਮਹੂਰੀਅਤ 'ਚ ਬਹੁਤ ਜ਼ਰੂਰੀ ਹੈ, ਸੁਣਿਆ ਵੀ ਜਾਵੇ ਤੇ ਕਿਹਾ ਵੀ ਜਾਵੇ। ਹੁਣ ਕਿਸਾਨੀ ਸੰਘਰਸ਼ ਜਿਹੜਾ ਹੈਗਾ ਫੈਸਲਾਕੁਨ ਦੌਰ 'ਚ ਦਾਖਲ ਹੋ ਗਿਆ ਹੈ, ਤਾਂ ਕੀ ਜਿਹੜਾ ਕੇਂਦਰ ਸਰਕਾਰ ਸਿਰਫ ਸੁਣਾਉਣ ਲਈ ਬੈਠੀ ਹੈ ਜਾਂ ਕਿਸਾਨ ਤਾਂ ਇਹ ਕਹਿ ਰਿਹਾ ਕਿ ਖੇਤੀ ਕਾਨੂੰਨ ਜਿਹੜੇ ਰੱਦ ਕਰੋ, ਉਹਨਾਂ ਦੀ ਗੱਲ ਪ੍ਰਵਾਨ ਕੀਤੀ ਜਾਏ। ਇਹ ਨਵਾਂ ਜਿਹੜਾ ਦੌਰ ਸ਼ੁਰੂ ਹੋ ਰਿਹਾ ਹੈ ਕਿਉਂਕਿ ਸਪਸ਼ਟ ਹੋ ਗਿਆ ਕਿ ਇਸ ਤੋਂ ਹੇਠਾਂ ਕੁਝ ਵੀ ਪ੍ਰਵਾਨ ਨਹੀਂ ਹੈ।
ਇਹ ਸਥਿਤੀ ਨੂੰ ਹਰਕਮਲ ਜੀ ਤੁਸੀਂ ਕਿਵੇਂ ਦੇਖ ਰਹੇ ਹੋ? ਹਾਲਾਤ ਅੱਜ ਦੀ ਡੇਟ 'ਚ ਇਹ ਨੇ ਕਿ ਦੇਸ਼ ਦਾ ਕਿਸਾਨ ਜਿਹੜਾ ਹੈ ਉਹ ਇਹ 3 ਖੇਤੀ ਕਾਨੂੰਨਾਂ ਨੂੰ ਕਿਸੇ ਸੂਰਤ ਵਿੱਚ ਵੀ ਮੰਨਣ ਲਈ ਤਿਆਰ ਨਹੀਂ। ਉਹ ਇਹ ਮਹਿਸੂਸ ਕਰਦੇ ਨੇ ਕਿ ਜਿਸ ਭਾਵਨਾ ਦੇ ਨਾਲ ਇਹ ਕਾਨੂੰਨ ਬਣਾਏ ਗਏ ਨੇ, ਇੱਕ ਤੇ ਉਹ ਭਾਵਨਾ ਹੀ ਬੜੀ ਐਂਟੀ ਫਾਰਮਰ ਹੈਗੀ ਏ। ਤੁਸੀਂ ਦੇਖੋ ਅੱਜ ਤੱਕ ਇਸ ਦੇਸ਼ 'ਚ ਜਿਹੜਾ ਪੋਲੂਸ਼ਨ ਹੈਗਾ, ਹਰ ਕਿਸਮ ਦੀ ਕੈਟਾਗਰੀ ਪੋਲੂਸ਼ਨ ਕ੍ਰੀਏਟ ਕਰ ਰਹੀ ਏ। ਇੱਥੋਂ ਤੱਕ ਕਿ ਜਿਹੜੀਆਂ ਸਾਡੇ ਮਿਊਨਿਸਪਲ ਕਾਰਪੋਰੇਸ਼ਨਾਂ ਨੇ, ਮਿਊਨਿਸਪੈਲਿਟੀਆਂ ਨੇ, ਉਹ ਕਿੰਨਾ ਪੋਲੂਸ਼ਨ ਕ੍ਰੀਏਟ ਕਰ ਰਹੀਆਂ, ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ। ਲੇਕਿਨ ਕਿਸਾਨ ਦੀ ਪਰਾਲੀ ਦਾ ਇੱਕ ਇਸ਼ੂ ਐਡਾ ਵੱਡਾ ਬਣਾ ਕੇ ਔਰ 1 ਕਰੋੜ ਰੁਪਏ ਦਾ ਫਾਈਨ ਉਹਦੇ ਲਈ ਕਰਨ ਦਾ ਕਾਨੂੰਨ ਬਣਾਉਣਾ, ਆਰਡੀਨੈਂਸ ਕਰਨਾ, ਇਹ ਆਪਣੇ ਆਪ 'ਚ ਮੌਜੂਦਾ ਸਰਕਾਰ ਦੀ ਐਂਟੀ ਫਾਰਮਰ ਸੋਚ ਨੂੰ ਸਪਸ਼ਟ ਕਰਦੀ ਹੈ। ਔਰ ਦੂਸਰਾ, ਜੇ ਤੁਸੀਂ ਲੈਂਗੁਏਜ ਪੜ੍ਹੋ ਜਿਹੜੇ ਕਾਨੂੰਨ ਬਣਾਏ ਗਏ ਨੇ, ਕਿ ਜੀ ਉਹਨਾਂ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਜੀ ਕੋਈ ਵੀ ਕਿਸਾਨ, ਕੋਈ ਵੀ ਬੰਦਾ, ਕਿਸੇ ਅਧਿਕਾਰੀ, ਕਿਸੇ ਸਰਕਾਰ, ਕਿਸੇ ਮੰਤਰੀ, ਕਿਸੇ ਕੰਪਨੀ, ਕਿਸੇ ਦੇ ਖਿਲਾਫ ਕੋਈ ਕੇਸ ਅਦਾਲਤ 'ਚ ਨਹੀਂ ਲੈ ਕੇ ਜਾ ਸਕੇਗਾ। ਤੁਸੀਂ ਉਹਨਾਂ ਦੀ ਲੈਂਗੁਏਜ ਪੜ੍ਹੋ, ਬੰਦਾ ਹੈਰਾਨ ਹੋ ਜਾਂਦਾ ਹੈ ਵੀ ਇਹ ਸਰਕਾਰ ਨੇ ਬਣਾਏ ਹੋਏ ਨੇ, ਇਹ ਕਿਹਨੇ ਬਣਾਏ ਨੇ? ਇੱਕ ਡੈਮੋਕ੍ਰੇਟਿਕ ਕੰਟਰੀ ਜਿਹਨੂੰ, ਜਦੋਂ ਅਸੀਂ ਹਿੰਦੁਸਤਾਨ ਦਾ ਦਾਅਵਾ ਕਰਨੇ ਆ ਅਸੀਂ ਇੱਕ ਡੈਮੋਕ੍ਰੇਟਿਕ ਕੰਟਰੀ ਆ, ਔਰ ਇਹੋ ਜਿਹਾ ਕਾਨੂੰਨ ਬਣਾਉਣਾ ਕਿ ਤੁਸੀਂ ਲੋਕਾਂ ਦੇ ਲੀਗਲ ਰਾਈਟਸ ਜਿਹੜੇ ਨੇ ਖਤਮ ਕਰ ਦਿਓ ਔਰ ਕਹੋ ਕਿ ਇਹਨਾਂ ਨੂੰ ਕੋਰਟ 'ਚ ਜਾਣ ਦਾ ਅਧਿਕਾਰ ਹੀ ਨਹੀਂ ਹੋਏਗਾ, ਜੀ ਬੜੀ ਇੱਕ ਹੈਰਾਨੀਕੁੰਨ ਗੱਲ ਹੈਗੀ ਹੈ। ਲੇਕਿਨ ਮੈਂ ਮਹਿਸੂਸ ਕਰਨਾ ਕਿ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ, ਉਹਨਾਂ ਦੀ ਜਿਹੜੀ ਇਹ ਸੋਚ ਸੀ, ਉਹਨੂੰ ਇੰਨਾ ਬੁਰੀ ਤਰ੍ਹਾਂ ਇੱਕ ਤੁਸੀਂ ਕਹਿ ਸਕਦੇ ਹੋ ਫਸਾਤਾ ਹੈਗਾ ਕਿ ਉਹਨਾਂ ਨੂੰ ਹੁਣ ਨਿਕਲਣ ਦਾ ਰਸਤਾ ਨਹੀਂ ਮਿਲ ਰਿਹਾ। ਇਸੇ ਲਈ ਉਹ ਗੱਲਾਂ ਕਰ ਰਹੇ ਨੇ ਕਿ ਸੰਵਾਦ ਚਾਹੀਦਾ ਹੈ, ਫਲਾਨ। ਹੁਣ ਰੀਜ਼ਨ ਬੀਇੰਗ ਸੰਵਾਦ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ। ਤੁਸੀਂ ਜਿਹੜੇ 2-4 ਲੱਖ ਲੋਕ ਉੱਥੇ ਬੈਠੇ ਹੋਏ ਨੇ ਧਰਨੇ ਤੇ, ਤੁਸੀਂ ਉਹਨੂੰ ਕਿਸ ਤਰ੍ਹਾਂ ਉਠਾ ਸਕਦੇ ਹੋ? ਨਾ ਤੁਸੀਂ ਉੱਥੇ ਆਰਮੀ ਯੂਜ਼ ਕਰ ਸਕਦੇ ਹੋ, ਨਾ ਤੁਸੀਂ ਸਿਕਿਉਰਿਟੀ ਫੋਰਸਿਸ ਯੂਜ਼ ਕਰ ਸਕਦੇ ਹੋ। ਔਰ ਜੇ ਉੱਥੇ ਤਾਕਤ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਮੈਨੂੰ ਲੱਗਦਾ ਜਲਿਆਂਵਾਲਾ ਬਾਗ ਤੋਂ ਇੱਕ ਵੱਡਾ ਸਾਕਾ ਉੱਥੇ ਹੋਰ ਹੋ ਜਾਏਗਾ। ਸੋ ਸਰਕਾਰ ਨੂੰ ਹੁਣ ਇਹ ਗੱਲਾਂ ਸਮਝ ਪੈ ਰਹੀਆਂ ਵੀ ਅਸੀਂ ਆਪਣੇ ਆਪ ਨੂੰ ਇੱਕ ਬੜੇ ਖਤਰਨਾਕ ਹਾਲਾਤ ਦੇ ਵਿੱਚ ਫਸਾ ਲਿਆ ਹੈਗਾ। ਲੇਕਿਨ ਈਗੋ ਹੈਗੀ ਹੈ। ਹਰਕਮਲ ਜੀ, ਆਮ ਸੌਰੀ, ਹਰਕਮਲ ਜੀ ਤੁਸੀਂ ਅਹਿਮ ਕਮੈਂਟਸ ਕੀਤੇ ਹੈ, ਮੈਂ ਇਸ ਕਰਕੇ ਤੁਹਾਨੂੰ ਵਿੱਚੋਂ ਟੋਕ ਰਿਹਾ। ਜਲਿਆਂਵਾਲੇ ਬਾਗ ਦੀ ਸਾਕੇ ਦੀ ਗੱਲ ਕੀਤੀ ਹੈ। ਹਾਕਮ ਧਿਰਾਂ 'ਚ ਕੁਝ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇ ਕਿਸਾਨ ਨਾ ਮੰਨੇ ਤਾਂ ਇਹਨਾਂ ਤੇ ਕਟਾਪਾ ਚਾੜਿਆ ਜਾਏਗਾ। ਇਧਰੋਂ ਇਧਰੀ ਇਦਾਂ ਦੇ ਸੁਨੇਹੇ ਵੀ ਦਿੱਤੇ ਜਾ ਰਹੇ ਆ ਇਸ ਢੰਗ ਦੇ ਨਾਲ। ਜੇ ਕਿਤੇ ਇਹ ਨੀਤੀ ਅਪਣਾਈ ਜਾਏਗੀ ਤਾਂ ਤੁਹਾਨੂੰ ਲੱਗਦਾ ਹੈ ਕਿ ਦੇਸ਼ ਲਈ ਵੀ ਤੇ ਕਿਸਾਨਾਂ ਲਈ ਵੀ ਤੇ ਸਰਕਾਰ ਲਈ ਵੀ ਬਹੁਤ ਘਾਤਕ ਸਾਬਤ ਹੋ ਸਕਦੀ ਹੈ? ਜਗਤਾਰ ਜੀ, ਇਹਦੇ 'ਚ ਇਸ਼ੂ ਇਹ ਹੈਗਾ, ਜੋ ਮੈਨੂੰ ਪਤਾ ਲੱਗਾ ਆਰਮੀ ਤੇ ਆਲਰੇਡੀ ਹੱਥ ਖੜੇ ਕਰ ਰਹੀ ਹੈ। ਉਹ ਕਹਿੰਦੇ ਨੇ ਕਿ ਅਸੀਂ ਇਹੋ ਜਿਹੇ ਇਸ਼ੂ 'ਚ ਆਪਣੇ ਆਪ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹਦਾ ਫੌਜ ਦੇ ਉੱਤੇ ਮਾੜਾ ਅਸਰ ਪਏਗਾ। ਫੌਜ ਦੇ ਵਿੱਚ ਵੀ ਇਹ ਜਾਟ ਕਮਿਊਨਿਟੀ ਬਹੁਤ ਜ਼ਿਆਦਾ ਹੈ। ਉਹ ਆਲਰੇਡੀ ਇਸ ਇਸ਼ੂ ਤੇ ਜਿਹੋ ਜਿਹੀਆਂ ਰਿਪੋਰਟਸ ਆ ਰਹੀਆਂ, ਬਹੁਤ ਧਿਆਨ ਨਾਲ ਉਹ ਇਸ ਸਾਰੇ ਮੁੱਦੇ ਨੂੰ ਵਾਚ ਕਰ ਰਹੇ ਨੇ। ਫੌਜ ਕਦੀ ਨਹੀਂ ਚਾਹੇਗੀ ਆਪਣੇ ਆਪ ਨੂੰ ਇਹੋ ਜਿਹੇ ਇਸ਼ੂ ਤੇ ਇਨਵੋਲਵ ਕਰਨਾ। ਔਰ ਸਾਡੀਆਂ ਜਿਹੜੀਆਂ ਸੈਂਟਰਲ ਸਿਕਿਉਰਿਟੀ ਫੋਰਸਿਸ ਨੇ ਇਸ ਮੁਲਕ ਦੀਆਂ, ਉਹ 90% ਦੇ ਇੱਕੋ ਸੂਬੇ 'ਚ ਹੀ ਇਨਵੋਲਵ ਹੋਈਆਂ, ਜਿੱਥੋਂ ਅਸੀਂ ਉਹਨਾਂ ਨੂੰ ਕੱਢ ਹੀ ਨਹੀਂ ਸਕਦੇ। ਬਾਕੀ ਜਿਹੜੀ ਫੋਰਸ ਸਾਡੇ ਕੋਲ ਹੈ, ਕਿੰਨੀ ਕੁ ਫੋਰਸ ਹੈ, ਕਿੰਨੀ ਕੁ ਤੁਸੀਂ ਇੱਥੇ ਫੋਰਸ ਲਿਆ ਕੇ ਲਾ ਲੋਗੇ? ਮੇਰਾ ਖਿਆਲ ਪੁਲਿਸ ਨੇ ਜਾਂ ਸੈਂਟਰਲ ਸਿਕਿਉਰਿਟੀ ਫੋਰਸਿਸ ਨੇ ਪਹਿਲਾਂ ਹੀ ਹੱਥ ਖੜੇ ਕੀਤੇ ਹੋਏ ਨੇ। ਜਿੱਦਣ ਇਹ ਸਾਰੇ ਲੋਕ ਸਾਰੇ ਨਾਕੇ ਤੋੜ ਕੇ ਦਿੱਲੀ ਦੇ ਚਾਰੋਂ ਪਾਸੇ ਪਹੁੰਚ ਗਏ ਸੀ, ਉਹਦੇ ਤੋਂ ਸਪਸ਼ਟ ਹੋ ਗਿਆ ਸੀ ਕਿ ਪੁਲਿਸ ਦੇ ਵੱਸ ਦਾ ਕੰਮ ਨਹੀਂ ਹੈਗਾ, ਇਹ ਪੁਲਿਸ ਤੋਂ ਨਹੀਂ ਹੋਣਾ। ਸੋ ਔਰ ਗਵਰਨਮੈਂਟ ਵੀ ਮੈਨੂੰ ਲੱਗਦਾ ਹੁਣ ਇਹ ਗੱਲ ਅੰਡਰਸਟੈਂਡ ਕਰ ਰਹੀ ਹੈ। ਪਰ ਜਿਹੜੀ ਅਫਸੋਸਨਾਕ ਗੱਲ ਇਹ ਵੇ ਕਿ ਇਸ ਵੇਲੇ ਮੌਕੇ ਦੀ ਸਰਕਾਰ ਇੰਨੇ ਹੋਠੇ ਔਰ ਛੋਟੇ-ਛੋਟੇ ਨਿੱਕੇ-ਨਿੱਕੇ ਕੰਮਾਂ 'ਚ ਲੱਗੀ ਹੋਈ ਹੈ, ਜਿਵੇਂ ਕਿਸੇ ਕੰਟਰੀ ਦੇ ਉੱਤੇ ਰਾਜ ਨਹੀਂ ਕਰ ਰਹੇ। ਇਹ ਕਿਸੇ ਛੋਟੀ ਜੀ ਕੰਪਨੀ 'ਚ ਜਿਵੇਂ ਉਹ ਕੋਈ ਆਪਣਾ CEO ਬਣ ਕੇ ਕੰਮ ਚਲਾ ਰਹੇ ਹੈਗੇ ਨੇ। ਤੁਸੀਂ ਦੇਖੋ ਪੰਜਾਬ ਦੇ ਮੇਨਲੀ ਕਿਸਾਨ ਜਥੇਬੰਦੀਆਂ ਪੰਜਾਬ ਤੋਂ ਨੇ। ਪੰਜਾਬ ਨੂੰ ਕਿਹਾ ਗਿਆ ਇਹ ਗੱਲ ਜੇ ਬਾਹਰ ਨਹੀਂ ਬਹੁਤੀ ਆਈ। ਪਿਛਲੇ ਕੁਝ ਦਿਨਾਂ ਤੋਂ ਸਾਨੂੰ ਜਰਨਲਿਸਟਾਂ ਨੂੰ ਕਈਆਂ ਨੂੰ ਪਤਾ ਹੈਗਾ ਕਿ ਪੰਜਾਬ ਦੇ ਦਰਜਨਾਂ ਪੁਲਿਸ ਅਫਸਰ ਜਿਹੜੇ ਨੇ ਉਹ ਸ਼ੰਭੂ, ਦਿੱਲੀ, ਸਾਰੀਆਂ ਥਾਵਾਂ ਤੇ ਭੇਜੇ ਹੋਏ ਨੇ, ਪਹੁੰਚੇ ਹੋਏ ਨੇ।
ਕਿ ਜੀ ਤੁਸੀਂ ਜਾ ਕੇ ਜਿਨ੍ਹਾਂ ਦੇ ਬਾਰੇ ਸਮਝਿਆ ਜਾਂਦਾ ਹੈ ਵੀ ਇਹਨਾਂ ਦਾ ਕਿਸਾਨ ਜਥੇਬੰਦੀਆਂ ਤੇ ਕੋਈ ਅਸਰ ਹੋ ਸਕਦਾ ਹੈ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੋ। ਜੀ ਪਿਛਲੇ ਇੱਕ ਹਫ਼ਤੇ 'ਚ ਇੰਨਾ ਜ਼ੋਰ ਲਾਇਆ ਗਿਆ ਕਿ ਜੀ ਜਿਹੜਾ ਅਸੀਂ ਪ੍ਰਪੋਜ਼ਲਾਂ ਦੇਣੀਆਂ ਨੇ ਅਮੈਂਡਮੈਂਟਸ ਦੀਆਂ, ਕਿਸਾਨ ਜਥੇਬੰਦੀਆਂ ਉਹਦੇ ਲਈ ਮੰਨ ਜਾਣ, ਤੁਸੀਂ ਪ੍ਰੈਸ਼ਰਾਈਜ਼ ਕਰੋ ਜੀ ਉਹਨਾਂ ਨੂੰ। ਉਹ ਨਹੀਂ ਮੰਨੇ, ਹਰਕਮਲ ਜੀ, ਨਾ ਕਰਤੀ ਹਰਕਮਲ ਜੀ ਜੋ ਤੁਸੀਂ ਹਰਕਮਲ ਜੀ ਜੋ ਪ੍ਰੈਸ਼ਰਾਈਜ਼ ਕਰਨ ਦੀ ਗੱਲ ਕਰ ਰਹੇ ਹੋ, ਮੈਂ ਤੁਹਾਡੇ ਕਮੈਂਟਸ ਦੇ ਵਿੱਚ ਵਾਅਦੇ ਕਰਨਾ ਚਾਹਾਂਗਾ। ਬਿਲਕੁਲ ਇੱਕ ਦਿਨ ਪਹਿਲਾਂ ਡਾਕਟਰ ਦਰਸ਼ਨਪਾਲ ਤੇ ਹੁਣ ਰਾਜੇਵਾਲ ਉਹਨਾਂ ਦੇ ਬਿਆਨ ਵੀ ਆ ਰਹੇ ਹੈ ਕਿ ਸਰਕਾਰ ਵੱਲੋਂ ਦਬਾਅ ਬਣਾਇਆ ਜਾ ਰਿਹਾ ਸੀ ਕਿ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰੋ। ਬਹੁਤ ਕੁਝ ਹੈ ਅਮਿਤ ਸ਼ਾਹ ਦੇ ਕੋਲੇ, ਖਾਸ ਤੌਰ ਤੇ ਉਹਦੇ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਨਾਮ ਵੀ ਆ ਰਿਹਾ ਹੈ ਕਿ ਉਦੋਂ ਵੱਲੋਂ ਵੀ ਇਦਾਂ ਦਾ ਦਬਾਅ ਜਿਹੜਾ ਹੈਗਾ, ਇਦਾਂ ਦੇ ਸੁਨੇਹੇ ਭੇਜੇ ਗਏ ਕਿ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਜਾਵੇ ਕਿਸਾਨ ਜਥੇਬੰਦੀਆਂ ਵੱਲੋਂ। ਦੇਖੋ, ਕੈਪਟਨ ਅਮਰਿੰਦਰ ਸਿੰਘ ਆਪ ਪੁਸ਼ਟੀ ਕਰ ਚੁੱਕੇ ਨੇ ਕਿ ਜੀ ਮੈਨੂੰ ਪ੍ਰਧਾਨ ਮੰਤਰੀ ਦਾ ਵੀ ਟੈਲੀਫੋਨ ਆਇਆ, ਮੈਨੂੰ ਇੰਨੀ ਵਾਰੀ ਅਮਿਤ ਸ਼ਾਹ ਦਾ ਵੀ ਟੈਲੀਫੋਨ ਆਇਆ। ਕਦ ਲਈ ਟੈਲੀਫੋਨ ਆ ਰਹੇ ਸੀ? ਉਹ ਕੋਈ ਹੋਰ ਤਾਂ ਮਸਲਾ ਹੈ ਨਹੀਂ ਸੀ, ਮਸਲਾ ਤਾਂ ਇਹੀ ਸੀ। ਬੇਸਿਕਲੀ ਉਹ ਸੋਚਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਸਾਡੀ ਇਸ ਕੰਮ ਦੇ ਵਿੱਚ ਮਦਦ ਕਰ ਸਕੇ ਕਿ ਅਸੀਂ ਉਹ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਇਸ ਗੱਲ ਲਈ ਰਾਜੀ ਕਰ ਲਈਏ ਕਿ ਉਹ ਅਮੈਂਡਮੈਂਟਸ ਦੇ ਉੱਤੇ ਮੰਨ ਜਾਣ ਤੇ ਸਾਨੂੰ ਇਹ ਐਕਟ ਰਿਪੀਲ ਨਾ ਕਰਨੇ ਪੈਣ। ਜੀ ਭਾਜਪਾ ਦੀ ਜਾਂ ਸਰਕਾਰ ਦੀ ਈਗੋ ਇਨਵੋਲਵ ਹੈਗੀ ਹੈ। ਹੁਣ ਜੋ ਮੈਨੂੰ ਗੱਲ ਨਜ਼ਰ ਆ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਹ 3 ਐਕਟ ਰਿਪੀਲ ਕਰਾਣੇ ਨੇ, ਉਦੋਂ ਬਿਨਾਂ ਨਹੀਂ ਮੰਨਣਾ ਔਰ ਆਪਣੀ ਜਦੋਜਹਿਦ ਨੂੰ ਤੇਜ਼ ਕਰਾਂਗੇ। ਮੈਨੂੰ ਲੱਗਦਾ ਹੈ ਕਿ ਸਰਕਾਰ ਲਈ ਇਹ ਹੋਰ ਵੀ ਔਖੀ ਘੜੀ ਹੋਵੇਗੀ। ਹਾਲਾਤ ਇਹਦੇ ਨਾਲ ਵਿਗੜ ਵੀ ਸਕਦੇ ਨੇ। ਦੇਸ਼ ਦੇ ਵਿੱਚ ਇਹ ਅੰਦੋਲਨ ਹੋਰ ਫੈਲ ਸਕਦਾ ਹੈ ਔਰ ਗਵਰਨਮੈਂਟ ਲਈ ਜਿਹੜੀਆਂ ਮੁਸ਼ਕਲਾਂ ਨੇ ਹੋਰ ਵਧਣਗੀਆਂ। ਥੈਂਕ ਯੂ ਹਰਕਮਲ ਜੀ, ਥੈਂਕ ਯੂ ਪ੍ਰਸ਼ ਜੀ। ਹਰਕਮਲ ਜੀ ਨੇ ਜਿੱਥੇ ਕਮੈਂਟਸ ਆਪਣੇ ਛੱਡੇ ਹੈ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਦੇ ਲਈ ਕਈ ਹੋਸ਼ੇ ਹਥਿਆਰਾਂ ਤੇ ਉਤਰ ਆਈ ਹੈ। ਹੁਣ ਭਾਜਪਾ ਦੇ ਇੱਕ ਮੰਤਰੀ ਵੱਲੋਂ ਜਿਹੜਾ ਤਾਜ਼ਾ ਬਿਆਨ ਆਇਆ ਉਹਦੇ 'ਚ ਕਿਹਾ ਗਿਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਪਾਕਿਸਤਾਨ ਤੇ ਚੀਨ ਦਾ ਹੱਥ ਹੈ। ਸਰ, ਤੁਸੀਂ ਬੜੇ ਸੀਨੀਅਰ ਜਰਨਲਿਸਟ ਹੋ ਪੰਜਾਬ ਦੇ, ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਘੱਟੋ ਘੱਟ ਪੰਜਾਬ 'ਚ ਗਈਆਂ ਉਹ ਚੀਨ ਤੇ ਪਾਕਿਸਤਾਨ ਨਾਲ ਉਹਨਾਂ ਦਾ ਕੋਈ ਸੰਬੰਧ ਹੈ? ਇਦਾਂ ਦਾ ਇੱਕ ਪਾਸੇ ਦਾ ਡਾਇਲਾਗ ਦੀ ਗੱਲ ਆਪਾਂ ਬਾਬਾ ਨਾਨਕ ਦਾ ਹਵਾਲਾ ਦੇ ਕੇ ਕਹਿ ਰਹੇ ਕਿ ਡਾਇਲਾਗ ਰਹਿਣਾ ਚਾਹੀਦਾ ਹੈ, ਦੂਜੇ ਪਾਸੇ ਸੰਵਾਦ ਦੇ ਚੱਲਦਿਆਂ ਉਸ ਅੰਦੋਲਨ ਨੂੰ ਬਦਨਾਮ ਕਰਨ ਦੀ ਜਿਹੜੀ ਕੋਝੀ ਕੋਸ਼ਿਸ਼ ਦਾ ਹਰਕਮਲ ਜੀ ਨੇ ਵੀ ਕਮੈਂਟਸ ਕੀਤਾ ਹੈ। ਇਸ ਨਾਲ ਲੱਗਦਾ ਹੈ ਕਿ ਸਥਿਤੀ ਜਿਹੜੀ ਟਕਰਾਅ ਵੱਲ ਵੱਧ ਰਹੀ ਹੈ। ਕਿਵੇਂ ਦੇਖਦੇ ਹੋ ਪ੍ਰਸ਼ ਜੀ? ਬਹੁਤ ਹੀ ਪੇਚੀਦਾ ਸਥਿਤੀ ਇਸ ਵੇਲੇ ਬਣੀ ਹੋਈ ਨਜ਼ਰ ਆ ਰਹੀ ਹੈ। ਜਗਤਾਰ ਜੀ, ਗੱਲ ਹੈ ਕਿ ਇਹ ਜਿਹੜਾ ਲੇਟੈਸਟ ਬਿਆਨ ਹੈ ਇਹ ਤਾਂ ਮੈਂ ਸਮਝਦਾ ਬਹੁਤ ਹੀ ਅਹਿਮਕਾਨਾ ਔਰ ਬੇਵਕੂਫਾਨਾ ਹੈ। ਜਿਹੜੇ ਬੰਦੇ ਨੇ ਵੀ ਕੀਤਾ ਹੈ ਉਹਨੂੰ ਮੋਦੀ ਸਰਕਾਰ ਨੂੰ ਪੁੱਲ ਅਪ ਕਰਨਾ ਚਾਹੀਦਾ ਹੈ। ਇਸ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਸਰਕਾਰ ਦੇ ਜਿਹੜੇ ਇਹ ਗੱਦੀਆਂ ਦੇ ਬੰਦੇ ਬੈਠੇ ਜ਼ਮੀਨੀ ਹਕੀਕਤਾਂ ਕੀ ਹੈਗੀਆਂ। ਆਪਾਂ ਜੇ ਸਾਰੇ ਘਟਨਾਕ੍ਰਮ ਨੂੰ ਦੇਖੀਏ ਤਾਂ ਮੈਂ ਸਮਝਦਾ ਕਿ ਮੋਦੀ ਸਰਕਾਰ ਪਹਿਲੇ ਦਿਨ ਤੋਂ ਹੀ ਜਿਹੜਾ ਹੈ ਬਹੁਤ ਹੀ ਉਹ ਬਿਲਕੁਲ ਹੀ ਵਨ ਸਾਈਡਡ ਔਰ ਬਿਲਕੁਲ ਹੀ ਜਿਹੜਾ ਡਿਕਟੇਰਾਨਾ ਜਿਹੜਾ ਉਹਨਾਂ ਨੇ ਐਟੀਟਿਊਡ ਅਡਾਪਟ ਕੀਤਾ ਹੈ ਉਹ ਬਿਲਕੁਲ ਗਲਤ ਹੈ। ਪਹਿਲੇ ਤੁਸੀਂ ਚੁੱਪ ਕਰਕੇ ਕਰਤੇ, ਫਿਰ ਤੁਸੀਂ ਪਾਰਲੀਮੈਂਟ 'ਚ ਪਾਸ ਕਰਤੇ ਧੜਾ ਧੜ, ਕਿਸੇ ਆਪੋਜੀਸ਼ਨ ਵਾਲੇ ਦੀ ਸੁਣੀ ਨਹੀਂ। ਔਰ ਇਹ ਤੁਸੀਂ ਆਪੋਜੀਸ਼ਨ ਦੇ ਐਮਪੀਆਂ ਨੇ, ਚਾਹੇ ਉਹ ਕਾਂਗਰਸ ਦਾ ਹੋਵੇ, ਅਕਾਲੀ ਦਲ ਦਾ ਹੋਵੇ, TMC ਦਾ ਹੋਵੇ ਜਾਂ ਕੋਈ ਦੂਸਰੀ ਪਾਰਟੀ ਦਾ ਹੋਵੇ, ਉਹਨਾਂ ਨੇ ਉਹੀ ਪੁਆਇੰਟ ਰੇਜ਼ ਕੀਤੇ, ਉਹੀ ਖਦਸ਼ੇ ਰੇਜ਼ ਕੀਤੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ MSP ਨੂੰ ਤੁਸੀਂ ਗਰੰਟੀ ਕਰੋ, ਮੰਡੀਆਂ ਦੇ ਵਿੱਚ ਕਾਰਪੋਰੇਟ ਸੈਕਟਰ ਨੂੰ ਮਤ ਵਾਰੋ। ਉਹਦਾ ਹੈ ਕਿ ਜਿਹੜੀ ਕਿਸਾਨਾਂ ਦੀ ਜਿਹੜੀ ਅਰਥ ਵਿਵਸਥਾ ਹੈ ਉਹਨੂੰ ਜੜੋਂ ਮਤ ਫੈਲਾਓ। ਇਹ ਸਾਰੇ ਖਦਸ਼ੇ ਪਾਰਲੀਮੈਂਟ ਦੇ ਵਿੱਚ ਡਿਬੇਟ ਦੇ ਦੌਰਾਨ ਰੇਜ਼ ਕੀਤੇ ਗਏ ਸੀ ਔਰ ਸੈਂਟਰ ਨੇ ਉਹਨਾਂ ਦੇ ਬਿਲਕੁਲ ਆਪਣੇ ਪਾਸ ਕਰਤੇ। ਇਸ ਤੋਂ ਇਲਾਵਾ ਹੁਣ ਜਿਹੜਾ ਇਹਨਾਂ ਦਾ ਐਟੀਟਿਊਡ ਹੈਗਾ ਕਿ ਜੀ ਗੱਲਬਾਤ ਕਰੋ, ਦੇਖੋ ਪਹਿਲੇ 1.5-2 ਮਹੀਨੇ ਪੰਜਾਬ 'ਚ ਚੱਲਦੀ ਰਹੀ ਤਾਂ ਇਹਨਾਂ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ ਸੈਂਟਰ ਨੇ ਕਿ ਅਲਟੀਮੇਟਲੀ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹ ਸੈਂਟਰਲ ਲਾਅ ਦੇ ਖਿਲਾਫ ਚੱਲ ਰਿਹਾ ਨਾ, ਪੰਜਾਬ ਦੇ ਖਿਲਾਫ ਥੋੜ੍ਹਾ ਚੱਲ ਰਿਹਾ ਸੀ। ਇਹਨਾਂ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ ਕਿ ਉਹਨਾਂ ਨੂੰ ਬੁਲਾ ਕੇ, ਮੈਂ ਸਮਝਦਾ ਹਾਂ ਕਿ ਜਿਹੜਾ ਨਰਿੰਦਰ ਤੋਮਰ ਹੈਗਾ ਮਿਨਿਸਟਰ, ਉਹਨੂੰ ਉਸ ਵੇਲੇ ਚਾਹੀਦਾ ਸੀ ਕਿ ਇਨੀਸ਼ੀਏਟਿਵ ਲੈ ਕੇ ਚੰਡੀਗੜ੍ਹ 'ਚ ਆਵੇ, ਪੰਜਾਬ ਭਵਨ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਨੂੰ ਬੁਲਾਵੇ ਔਰ ਉਹਨੂੰ ਇਹ ਦੱਸ ਕੇ ਦੱਸੋ ਭਰਾਓ ਤੁਹਾਡੀ ਕੀ ਮੁਸ਼ਕਿਲ ਹੈ, ਆਪਾਂ ਇੱਥੇ ਹੱਲ ਕਰਨ ਨੂੰ ਬੈਠੇ ਹਾਂ। ਉਹਨਾਂ ਨੂੰ ਇੱਥੇ ਆਉਣ ਦੀ ਬਜਾਏ ਦਿੱਲੀ ਬੁਲਾਇਆ,
ਦਿੱਲੀ ਬੁਲਾ ਕੇ ਪਹਿਲੇ ਗੇੜ ਦੇ ਵਿੱਚ ਉਹਨਾਂ ਦੀ ਬੇਇੱਜ਼ਤੀ ਕੀਤੀ, ਮੰਤਰੀ ਕੋਈ ਹੈ ਨਹੀਂ, ਅਫਸਰਾਂ ਦੇ ਮੂਹਰੇ ਡਰ ਤਾ। ਤੁਸੀਂ ਐਟੀਟਿਊਡ ਦੇਖੋ। ਉਸ ਤੋਂ ਬਾਅਦ ਜਿਹੜੇ ਹੁਣ ਅੰਦੋਲਨ ਸਰ- ਹੋਰ ਥੋੜਾ ਜਿਹਾ ਸਰ ਪ੍ਰਾਸ਼ਾ ਜੀ, ਸਰ ਮੈਂ ਇੱਕ ਸੈਕਿੰਡ ਸਰ ਤੁਹਾਡੀ ਗੱਲ 'ਚ ਵਾਧਾ ਹੀ ਕਰਨਾ ਚਾਹੁੰਦਾ ਪ੍ਰਾਸ਼ਾ ਜੀ, ਕਿ ਜਦੋਂ ਤੁਸੀਂ ਦਿੱਲੀ ਮੀਟਿੰਗ ਦਾ ਜ਼ਿਕਰ ਕਰ ਰਹੇ ਹੋ, ਇੱਕ ਪਾਸੇ ਤਾਂ ਦਿੱਲੀ ਮੀਟਿੰਗ ਲਈ ਬੁਲਾ ਲਿਆ ਗਿਆ, ਘੱਟੋ ਘੱਟ 1 ਦਰਜਨ ਮੰਤਰੀ ਪੰਜਾਬ 'ਚ ਭੇਜ ਦਿੱਤੇ ਗਏ ਕਿ ਜਾ ਕੇ ਦੱਸੋ ਪੰਜਾਬ ਵਾਲਿਆਂ ਨੂੰ ਕਿ ਬਿੱਲ ਬਹੁਤ ਚੰਗੇ ਹੈ। ਇਹ ਨੀਤੀ ਅਪਣਾਈ ਹੈ ਅੱਜ ਤੋਂ 2 ਮਹੀਨੇ ਪਹਿਲਾਂ ਇਹ ਸਰਕਾਰ ਨੇ। ਪੰਜਾਬ ਦੇ ਵਿੱਚ ਆਪਣੀ ਹੀ ਪਾਰਟੀ ਦੇ ਬੰਦਿਆਂ ਨੂੰ ਲੈਕਚਰ ਦੇ ਕੇ ਉਹਨਾਂ ਨੂੰ ਕਨਵਿੰਸ ਕਰਾ ਰਹੇ ਆ, ਜਿਹੜਾ ਕਿ ਜਦ ਕਿ ਜਦੋਂ ਪੰਜਾਬ ਦਾ ਕਿਸਾਨ ਜਿਹੜਾ ਕਹਿ ਰਿਹਾ ਸਾਨੂੰ ਦੱਸੋ ਕਿ ਸਾਡਾ ਕੀ ਕਸੂਰ ਹੈ ਕਿ ਇਹੋ ਜਿਹੇ ਗਲਤ ਕਿਸਮ ਦੇ ਬਿੱਲ ਪਾਸ ਹੈ, ਉਹਨਾਂ ਨਾਲ ਕੋਈ ਡਾਇਲੌਗ ਨਹੀਂ। ਚਲੋ ਅਲਟੀਮੇਟਲੀ ਹੁਣ ਸਾਨੂੰ ਇੱਕ ਜਿਸਲੇ ਅਮਿਤ ਸ਼ਾਹ ਦੇ ਨਾਲ ਗੱਲਬਾਤ ਦੀ ਗੱਲ ਚੱਲੀ ਸੀ ਤਾਂ ਬੜੀ ਉਮੀਦ ਦੀ ਕਿਰਨ ਜਾਗੀ ਸੀ ਕਿ ਸ਼ਾਇਦ ਸੈਂਟਰ ਜਿਹੜਾ ਹੈ ਸਿਚੁਏਸ਼ਨ ਦੀ ਗ੍ਰੈਵਿਟੀ ਨੂੰ ਸਮਝ ਰਿਹਾ ਹੈ ਔਰ PM ਮੋਦੀ ਤੋਂ ਬਾਅਦ ਨੰਬਰ 2 ਦਾ ਜਿਹੜਾ ਮੰਤਰੀ ਹੈ ਉਹਦੇ ਨਾਲ ਉਹ ਗੱਲਬਾਤ ਕਰ ਰਿਹਾ, ਲੇਕਿਨ ਉਹਨਾਂ ਨੇ ਵੀ ਆਪਣੀ ਲਕੀਰ ਖਿੱਚ ਦਿੱਤੀ ਹੈ ਕਿ ਅਸੀਂ ਜੀ ਅਮੈਂਡਮੈਂਟ ਐਗਰੀ ਨਾਲ ਪਾਸ ਨਹੀਂ ਹੋਣਗੇ। ਦੂਜੇ ਪਾਸੇ ਮੈਂ ਥੋੜਾ ਜਿਹਾ ਇਹ ਕਹਿਣਾ ਚਾਹੁੰਦਾ ਹਾਂ ਕਿ ਚਲੋ ਕਿਸਾਨ ਦੀ ਜਥੇਬੰਦੀ ਪੰਜਾਬ ਦਾ ਹਰ ਕਿਸਾਨ ਨਾਲ ਜੁੜਿਆ ਹੋਇਆ ਹੈ। ਇਹ ਦੋਨੋਂ ਪਾਸੇ ਜੇ ਥੋੜਾ ਜਿਹਾ ਜਿਹੜਾ ਹੈ ਨਾ ਉਹ ਲਚਕੀਲਾਪਨ ਦਿਖਾਇਆ ਜਾਣਾ ਚਾਹੀਦਾ ਹੈ ਕਿ ਅਗਰ ਸੈਂਟਰ ਕਹਿੰਦੇ ਅਸੀਂ ਜਿਹੜੀ ਉਡਾਨ ਸੀ ਕਿ ਅਸੀਂ MSP ਨੂੰ ਗਰੰਟੀ ਕਰੋ, ਉਹ ਕਰਨ ਨੂੰ ਤਿਆਰ ਹੈ। ਦੂਜਾ ਹੈ ਕਿ ਕਾਰਪੋਰੇਟ ਸੈਕਟਰ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਮੰਡੀਆਂ 'ਚ ਵੰਡਣਾ ਚਾਹੁੰਦੇ ਹੋ ਉਹਨਾਂ ਨੂੰ ਕਰੋ। ਤੀਜਾ ਆੜ੍ਹਤੀਆਂ ਨੂੰ ਜਿਹੜਾ ਉਹਨਾਂ ਨੂੰ ਵੀ ਤੁਸੀਂ ਉਹਨਾਂ ਦੀ ਪੋਜੀਸ਼ਨ ਸੇਫਗਾਰਡ ਕਰੋ। ਇਹ ਤਿੰਨਾਂ ਮੰਗਾਂ ਦੇ ਉੱਤੇ ਸੈਂਟਰ ਜਿਹੜਾ ਹੈ ਉਹਨੇ ਇਹਦੇ ਤੇ ਅੱਗੇ ਵੱਧ ਕੇ ਇਹਨੂੰ ਅਪਰੂਵ ਕੀਤਾ ਹੈ। ਲੇਕਿਨ ਮੈਂ ਸਮਝਦਾ ਹਾਂ ਕਿ ਇੱਕ ਜਿਹੜੀ ਹੋਰ ਜਿਹੜੀ ਖਬਰ ਅਖਬਾਰਾਂ 'ਚ ਪੜ੍ਹੀ ਹੈ, ਜਿਹੜਾ ਥੋੜਾ ਜਿਹਾ ਮੈਨੂੰ ਲੱਗਾ ਹੈ ਕਿ ਜਿਸ ਜਿਹੜੀਆਂ ਨੌਨ ਆਰਗੇਨਾਈਜੇਸ਼ਨ ਹੈਗੀਆਂ ਕਿਸਾਨ ਜਥੇਬੰਦੀਆਂ ਉਹ ਕਿਤੇ ਹਾਈਜੈਕ ਨਾ ਕਰ ਲੈਣ। ਉੱਥੇ ਹੀ ਚੱਲੀ ਹੈ ਕਿ ਇੱਕ ਕਿਸਾਨ ਦੀ ਦਿੱਲੀ ਦੇ ਧਰਨੇ ਦੇ ਵਿੱਚ ਜਿਹੜੇ ਨਕਸਲਾਈਟ ਉਹਨਾਂ ਦੇ ਪੋਸਟਰ ਉੱਥੇ ਲਗਾਉਣਾ ਚਾਹੁੰਦੀ ਹੈ। ਉਹ ਆਪਾਂ ਪੋਸਟਰ ਇਹੋ ਜਿਹਾ ਅਗਰ ਜੇ ਲਗਾਏ ਜਾਣ ਕੀ ਮੈਸੇਜ ਆਏਗਾ, ਇਹ ਤਾਂ ਫਿਰ ਸੈਂਟਰ ਦੇ ਹੱਥੋਂ ਦੇ ਵਿੱਚ ਖੇਲਣ ਵਾਲੀ ਗੱਲ ਹੋਏਗੀ। ਉਹ ਇਹ ਪਹਿਲੇ ਹੀ ਕਹਿੰਦੇ ਹੈ ਕਿ ਇਹਦੇ ਵਿੱਚ ਜੀ ਗਲਤ ਕਿਸਮ ਦੇ ਐਲੀਮੈਂਟ ਐਂਟਰ ਕਰ ਗਏ ਹੈ ਤੇ ਇਸ ਕਰਕੇ ਅਸੀਂ ਗੱਲਬਾਤ ਨਹੀਂ ਕਰਾਂਗੇ। ਥੈਂਕ ਯੂ ਪ੍ਰਾਸ਼ਾ ਜੀ, ਥੈਂਕ ਯੂ ਤੁਹਾਡਾ ਜੀ ਥੈਂਕ ਯੂ, ਤੁਹਾਡਾ ਵਿਊ ਪੁਆਇੰਟ ਆ ਗਿਆ। ਇੰਦਰਜੀਤ ਬਹੁਤ ਅਹਿਮ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਇੰਦਰਜੀਤ ਜੀ ਤੁਸੀਂ ਖਾਸ ਤੌਰ ਤੇ ਖੇਤੀ ਮਾਮਲਿਆਂ ਦੀ ਬਹੁਤ ਜਿਹੜੀ ਹੈਗੀ ਹੈ ਜੱਜ ਕੇ ਰਿਪੋਰਟਿੰਗ ਵੀ ਕਰਦੇ ਆ ਰਹੇ ਹੋ ਲੰਬੇ ਸਮੇਂ ਤੋਂ। ਇਹ ਗੱਲ ਜਿਹੜੀ ਪ੍ਰਾਸ਼ਾ ਜੀ ਨੇ ਕਹੀ ਹੈ, ਮੈਂ ਵੀ ਦਿੱਲੀ ਦੇ ਜਿਹੜੇ ਕਿਸਾਨ ਆਗੂ ਉੱਥੇ ਬੈਠੇ ਧਰਨਾ ਤੇ ਉਹਨਾਂ ਨਾਲ ਡਾਇਲਾਗ ਹੁੰਦਾ ਰਹਿੰਦਾ, ਗੱਲਬਾਤ ਹੁੰਦੀ ਹੈ। ਉਹ ਇਹ ਕਹਿੰਦੇ ਆ ਕਿ ਜਾਣ ਬੁੱਝ ਕੇ ਕੁਝ ਇਦਾਂ ਦੇ ਐਲੀਮੈਂਟ ਜਿਹੜੇ ਭੇਜੇ ਜਾ ਰਹੇ ਆ, ਉਹ ਬੜੀ ਕੋਸ਼ਿਸ਼ ਕਰ ਰਿਹਾ ਹੈ ਕਿ ਸਟੇਜਾਂ ਤੇ ਇਹੋ ਜਿਹੇ ਐਲੀਮੈਂਟ ਨੂੰ ਬੋਲਣ ਨਾ ਦਿੱਤਾ ਜਾਵੇ ਜਿਹੜਾ ਕਿਸਾਨੀ ਸੰਘਰਸ਼ ਨੂੰ ਕੋਈ ਹੋਰ ਰੂਪ ਹੋਰ ਰੰਗਤ ਦੇਣਾ ਚਾਹੁੰਦਾ ਹੈ। ਇਹ ਤਾਂ ਇੱਕ ਸਵਾਲ ਹੈ, ਇਹ ਸਾਰੇ ਸਵਾਲ ਦਾ ਸਾਰੇ ਅੰਦੋਲਨ ਦਾ ਇੱਕ ਹਿੱਸਾ ਹੈ। ਪਰ ਜਿਹੜੀ ਗੱਲ ਇੰਦਰਜੀਤ ਜੀ, ਜਿਹੜੀ ਗੱਲ ਤੇ ਮੈਂ ਵੱਡਾ ਅਹਿਮ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਜਿਸ ਤਰੀਕੇ ਨਾਲ ਕੇਂਦਰ ਦਾ ਰਵੱਈਆ ਹੈਗਾ, ਕਿਸਾਨ ਜਥੇਬੰਦੀਆਂ ਨੇ ਹੁਣ ਉਹਨਾਂ ਦਾ ਪ੍ਰਸਤਾਵ ਰੱਦ ਕਰਕੇ ਜਿਸ ਤਰੀਕੇ ਨਾਲ ਅੰਦੋਲਨ ਦਾ ਨਵਾਂ ਐਲਾਨ ਕੀਤਾ ਹੈ, ਆਉਣ ਵਾਲੇ ਦਿਨਾਂ 'ਚ ਹੋਰ ਜਿਹੜੇ ਦਿੱਲੀ ਦੇ ਘਿਰਾਓ ਕੀਤੇ ਜਾਣਗੇ। ਇਦਾਂ ਹੀ ਜਿਹੜੀ ਹੈਗੀ ਆ ਹੋਰ ਵੱਖ-ਵੱਖ ਜਿਹੜੇ ਹੈਗੇ ਮਾਲ, ਜਿਹੜੇ ਹੈਗੇ ਦੂਜੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਮਾਲਸ, ਪੈਟਰੋਲ ਪੰਪ, ਉਹਨਾਂ ਦੇ ਹੋਰ ਕਾਰੋਬਾਰ ਜਿਹੜੇ ਘੇਰੇ ਜਾਣਗੇ। ਉਹਨਾਂ ਨੇ ਅੰਦੋਲਨ ਸਖਤ ਕਰਨ ਦਾ ਜਿਹੜਾ ਸੁਨੇਹਾ ਦਿੱਤਾ। ਲੱਗਦਾ ਕਿ ਸਿੱਧੇ ਤੌਰ ਤੇ ਜਿਹੜਾ ਹੈਗਾ ਇਸ ਵੇਲੇ ਟੱਕਰ ਵੱਲ ਨੂੰ ਵੱਧ ਰਿਹਾ ਹੈ ਕਿਸਾਨ ਦਿੱਲੀ ਦੇ ਰਵੱਈਏ ਨੂੰ ਦੇਖਦੇ ਆ, ਦਿੱਲੀ ਦੀ ਕੇਂਦਰ ਸਰਕਾਰ ਦੇ ਰਵੱਈਏ ਨੂੰ ਦੇਖਦੇ ਆ। ਜੀ ਇੰਦਰਪ੍ਰੀਤ। ਵੈਸੇ ਤਾਂ ਜੀ ਹਰਕਮਲ ਭਾਜੀ ਹੋਰਾਂ ਨੇ ਪਾਸ਼ਾ ਜੀ ਨੇ ਇਹ ਕਹਤਾ ਕਿ ਹੈ ਕਿ ਇਹਨਾਂ ਦਾ ਕੋਈ ਇਹ ਹੈ ਨਹੀਂ ਕਿ ਉਹ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਹੋਵੇ, ਕਿਉਂਕਿ ਤੁਸੀਂ ਇਹ ਦੇਖੋ ਵੀ ਜਿਹੜੇ ਕੱਲ ਉਹਨਾਂ ਨੇ ਪ੍ਰਸਤਾਵ ਮੇਰੇ ਕਾਪੀ ਹੈ ਤੇ ਮੈਂ ਉਹ ਦੇਖ ਰਿਹਾ ਸੀਗਾ ਕਿ ਮੈਕਸੀਮਮ ਜਿਸ 'ਚ ਉਹਨਾਂ ਨੇ ਕਿਹਾ ਕਿ ਇਹ ਕਿਸਾਨ ਆਸ਼ੰਕਾਵਾਂ ਨੇ ਔਰ ਅਸੀਂ ਉਹਨਾਂ ਦੇ ਹੱਲ ਉਸ 'ਚ ਵੀ ਦੇਖੋ ਕਿ ਉਹਨਾਂ ਨੇ ਆਪਣੇ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਲਿੱਤੀ ਹੈਗੀ ਹੈ, ਸਾਰੀ ਜ਼ਿੰਮੇਵਾਰੀ ਸਟੇਟਾਂ ਤੇ ਹੀ ਪਾਈ ਹੈ ਕਿ ਸਟੇਟਾਂ ਹੀ ਰਜਿਸਟ੍ਰੇਸ਼ਨ ਕਰ ਲੈਣ, ਸਟੇਟਾਂ ਹੀ ਮਤਲਬ ਚਾਹਣ ਤਾਂ MSP ਦਾ ਵੀ ਉਹ ਕਰ ਲੈਣ। ਇਹ ਸਾਰਾ ਕੁਝ
ਸਟੇਟਾਂ ਦੇ ਉੱਤੇ ਹੀ ਪਾਇਆ ਜਾ ਰਿਹਾ। ਖੁਦ ਉਹ ਕੋਈ ਵੀ ਜਿਹੜਾ ਹੈਗਾ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ। ਲੈਣ ਨੂੰ ਪਹਿਲੀ ਤਿਆਰ ਗੱਲ ਤਾਂ ਇਹ। ਹਾਂ, ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਜਿਹੜਾ ਅੰਦੋਲਨ ਹੈਗਾ ਉਹ ਗਲਤ ਦਿਸ਼ਾ ਵੱਲ ਵੀ ਜਾ ਰਿਹਾ, ਮਤਲਬ ਉਹ ਜੋ ਘੁਸਪੈਠ ਜ਼ਰੂਰ ਕਰਵਾਈ ਜਾ ਰਹੀ ਹੈ ਤਾਂ ਕਿ ਉਹ ਜਿਹੜੇ ਵੀ ਇਹ ਕਮਜ਼ੋਰ ਪੈਣ ਕਿਸੇ ਤਰ੍ਹਾਂ। ਜਿਹੜੀ ਲੀਡਰਸ਼ਿਪ ਹੈ ਆਰਗੇਨਾਈਜੇਸ਼ਨ ਦੀ, ਜਿਹੜੀ ਲੀਡਰਸ਼ਿਪ ਹੈ ਉਹ ਕਿਸੇ ਤਰ੍ਹਾਂ ਕਮਜ਼ੋਰ ਪਈ ਹੈ। ਉਹਨਾਂ ਨੂੰ ਬਦਨਾਮ ਕਰਨ ਦੀ ਸਾਨੂੰ ਇੱਕ ਉਹ ਮਿਲ ਜੇ, ਉਹਨਾਂ ਨੂੰ ਬਦਨਾਮ ਕਰ ਦਈਏ। ਇਹਦੇ ਚ ਐਲੀਮੈਂਟਸ ਕੁਝ ਹੋਰ ਤਰ੍ਹਾਂ ਦੇ ਹੈ। ਜਦਕਿ ਕੱਲ ਤੁਸੀਂ ਅਗਰ ਰਾਜੇਵਾਲ ਹੋਰਾਂ ਸਾਹਿਬ ਦਾ ਬਿਆਨ ਸੁਣਿਆ ਹੋਵੇ ਜਾਂ ਹੋਰ ਜਿਹੜੇ ਲੀਡਰ ਉੱਥੇ ਬੋਲ ਰਹੇ ਹੈ ਉਹਨਾਂ ਦੇ ਬਿਆਨ ਸੁਣੇ ਹੋਣ ਤਾਂ ਉਹ ਬਹੁਤ ਫੂਕ ਫੂਕ ਕੇ ਕਦਮ ਰੱਖ ਰਹੇ ਹੈ। ਉਹਨਾਂ ਤੇ ਦੇਖੋ ਡਬਲ ਪ੍ਰੈਸ ਟਾਈਮ ਜਿਹੜੇ ਲੀਡਰਸ ਹੈਗੇ ਹੈ, ਇੱਕ ਪਾਸੇ ਤਾਂ ਸਰਕਾਰ ਨਾਲ ਗੱਲ ਕਰਨੀ ਹੈ ਔਰ ਮਤਲਬ ਪਿੱਛੇ ਨਹੀਂ, ਇੱਕ ਤਾਂ ਉਹਨਾਂ ਤੇ ਇਹ ਪ੍ਰੈਸ਼ਰ ਹੈ ਸਰਕਾਰ, ਕੇਂਦਰ ਸਰਕਾਰ ਜਿਹੜੀ ਸਾਡੇ ਤੇ ਪ੍ਰੈਸ਼ਰ ਬਣਾ ਰਹੀ ਹੈ, ਅਸੀਂ ਉਸ ਤੇ ਅਡਿੱਗ ਰਹੀਏ। ਦੂਸਰੇ ਪਾਸੇ ਉਹਨਾਂ ਜੋ ਅੰਦੋਲਨ ਚੱਲ ਰਿਹਾ ਹੈ ਉਸ ਤੇ ਵੀ ਉਹਨਾਂ ਦਾ ਪ੍ਰੈਸ਼ਰ ਹੈ ਵੀ ਕੋਈ ਗਲਤ ਐਲੀਮੈਂਟ ਜਾਂ ਏਦਾਂ ਦੇ ਐਲੀਮੈਂਟਸ ਨਾ ਅੰਦਰ ਆ ਜਾਣ ਕਿ ਉਹ ਹਾਈਜੈਕ ਕਰ ਲੈਣ ਅੰਦੋਲਨ ਲੀਡਰਸ਼ਿਪ। ਸਰ, ਇਹਦੇ ਵਿੱਚ ਤੁਸੀਂ ਇਹ ਮੁੱਦੇ ਤੇ ਚਰਚਾ ਕਰ ਰਹੇ ਹੋ, ਮੈਨੂੰ ਟੈਕਨੀਕਲ ਤੌਰ ਤੇ ਬ੍ਰੇਕ ਲੈਣ ਦੀ ਮਜਬੂਰੀ ਹੈ। ਮੈਂ ਵਾਪਸ ਆਵਾਂਗਾ ਤੁਹਾਡੇ ਵੱਲ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਹਾਂ ਆਪਾਂ ਵਾਪਸ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਜੀ ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਸੀ, ਜੇ ਆਪਾਂ ਕੇਂਦਰ ਦੇ ਰਵੱਈਏ ਦੀ ਗੱਲ ਕਰੀਏ ਕਿਸਾਨ ਜਥੇਬੰਦੀਆਂ ਦੇ ਨਾਲ, ਕਿਸਾਨੀ ਸੰਘਰਸ਼ ਦੇ ਨਾਲ, ਤਾਂ ਕਦੇ ਲੱਗਦਾ ਨਹੀਂ ਕਿ ਸ਼ੁਰੂ ਤੋਂ ਹੀ ਗੈਰ ਸੰਜੀਦਗੀ ਜਿਹੜੀ ਹੈਗੀ ਹੈ ਜਾਂ ਉਹਦੇ ਪਿੱਛੇ ਬਹੁਤ ਵੱਡੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹੈ। ਜੋ ਹੁਣ ਗੱਲਾਂ ਆ ਰਹੀਆਂ ਉੱਭਰ ਕੇ ਕਿ ਅੰਦੋਲਨ ਨੂੰ ਗਲਤ ਰਾਹ ਤੇ ਪਾਇਆ ਜਾ ਸਕਦਾ ਹੈ, ਭਾਜਪਾ ਦੇ ਮੰਤਰੀਆਂ ਵੱਲੋਂ ਉਲਟੇ ਸਿੱਧੇ ਬਿਆਨ ਦਿੱਤੇ ਜਾ ਰਹੇ ਆ। ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਹ ਵੀ ਆਪਾਂ ਸਾਰੇ ਜਾਣਦੇ ਹਾਂ। ਇਹ ਸਾਰੇ ਮਾਮਲੇ ਵੀ ਬਹੁਤ ਵੱਡੇ ਖਦਸ਼ੇ ਖੜੇ ਕਰ ਰਹੇ ਹੈ ਕੇਂਦਰ ਦੀ ਸੰਜੀਦਗੀ ਦੇ ਬਾਰੇ, ਜੋ ਹੱਲ ਕਰਨਾ ਚਾਹੁੰਦੇ ਇਸ ਮਾਮਲੇ ਨੂੰ। ਜੀ ਇੰਦਰਪ੍ਰੀਤ। ਬਿਲਕੁਲ, ਮੈਂ ਜਿਹੜਾ ਜਗਤਾਰ ਜੀ ਤੁਸੀਂ ਸ਼ੁਰੂ 'ਚ ਹੀ ਕਿਹਾ ਸੀਗਾ ਕਿ ਮੋਦੀ ਸਾਹਿਬ ਨੇ ਬਾਬਾ ਨਾਨਕ ਦੀ ਬਾਣੀ ਨੂੰ ਦਾ ਹਵਾਲਾ ਦਿੰਦੇ ਹੋਏ ਕੁਝ ਕਹੀਏ ਕੁਝ ਸੁਣੀਏ ਦਾ ਉਹ ਦਿੱਤਾ ਹੈ ਹਵਾਲਾ, ਤਾਂ ਮੈਂ ਤਾਂ ਇਹੀ ਸ਼ੁਰੂ ਤੋਂ ਹੀ ਅਸੀਂ ਇਹ ਗੱਲਾਂ ਕਰਦੇ ਆ ਰਹੇ ਕਿ ਬਈ ਇਹ ਵਨ ਸਾਈਡਡ ਨਹੀਂ ਹੋਣਾ ਚਾਹੀਦਾ ਨਾ। ਇਹ ਤਾਂ ਸਰਕਾਰ ਵੱਲੋਂ ਹੀ ਚਾਹੀਦਾ ਹੈ ਕਿ ਉਹਨਾਂ ਨੇ ਕਿਸ ਦੀ ਸੁਣੀ ਹੈ। ਮਤਲਬ ਜਦੋਂ ਬਿੱਲ ਬਣਾਏ ਨੇ ਤਾਂ ਕਿਹਦੀ ਸੁਣੀ? ਚੁੱਪਚਾਪ ਬਿੱਲ ਬਣਾਏ, ਜਿਹੜੇ ਸਟੇਕ ਹੋਲਡਰਸ ਨੇ, ਚਾਹੇ ਉਹ ਸਟੇਟ ਗੌਰਮੈਂਟਾਂ ਨੇ, ਚਾਹੇ ਫਾਰਮਰਸ ਨੇ, ਕਿਸੇ ਦੀ ਵੀ ਤਾਂ ਨਹੀਂ ਸੁਣੀ। ਫਿਰ ਜਦੋਂ ਤੁਸੀਂ ਦੇਖਿਆ ਹੋਣਾ, ਜਦੋਂ ਬਿੱਲ ਪਾਸ ਹੋਏ ਨੇ, ਚਾਹੇ ਲੋਕ ਸਭਾ 'ਚ ਹੋਏ ਨੇ ਚਾਹੇ ਰਾਜ ਸਭਾ 'ਚ ਹੋਏ ਨੇ, ਮੈਂ ਪੂਰੀ ਡਿਬੇਟਾਂ ਸੁਣੀਆਂ ਨੇ। ਬਹੁਤ ਸਾਰੇ ਲੀਡਰਸ ਨੇ ਬਹੁਤ ਅੱਛੀਆਂ ਮਤਲਬ ਅਮੈਂਡਮੈਂਟਸ ਦਿੱਤੀਆਂ ਸੀ ਕਿ ਇਹ ਸੰਸ਼ੋਧਨ ਕਰ ਲਓ, ਆਹ ਸੰਸ਼ੋਧਨ ਕਰ ਲਓ। ਤੇ ਉਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇੱਕ ਬੜਾ ਅੱਛਾ ਦਿੱਤਾ ਸੀਗਾ ਕਿ ਤੁਸੀਂ ਪੰਜਾਬ ਤੇ ਹਰਿਆਣਾ ਨੂੰ, ਜਿੱਥੇ ਇਹ ਦੋਨੋਂ ਸਟੇਟਾਂ ਦੇ ਵਿੱਚ ਇਹ ਪੂਰਾ ਇਨਫਰਾਸਟਰਕਚਰ ਬਣਿਆ ਹੋਇਆ ਹੈ, ਉਹਨਾਂ ਨੂੰ ਐਕਸਕਲੂਡ ਕਰ ਦਿਓ ਇਹਨਾਂ ਤੋਂ। ਤਾਂ ਇਹ ਕੀਤਾ ਜਾ ਸਕਦਾ, ਸਾਡੇ ਸੰਵਿਧਾਨ 'ਚ ਪ੍ਰੋਵੀਜ਼ਨ ਵੀ ਹੈਗੀ ਹੈ ਇਹ। ਤਾਂ ਮੈਨੂੰ ਲੱਗਦਾ ਕਿ ਇੱਦਾਂ ਦੀਆਂ ਚੀਜ਼ਾਂ ਜਿਹੜੀ ਸੁਣਨ ਤੇ ਕਹਿਣ ਦੀ ਗੱਲ ਹੈਗੀ ਹੈ, ਇਹ ਉਦੋਂ ਕਰਨੀ ਚਾਹੀਦੀ ਸੀ। ਹੁਣ ਜਦੋਂ ਮਤਲਬ ਸਾਰਾ ਕੁਝ ਨਿਕਲ ਗਿਆ ਹੈ, 2 ਮਹੀਨੇ ਫਾਰਮਰ ਗੱਡੀਆਂ ਥੱਲੇ ਉੱਤੇ ਰੇਲਵੇ ਟਰੈਕਾਂ ਤੇ ਬੈਠੇ ਰਹੇ ਹੈ, ਫਿਰ ਹੁਣ ਕਿ ਪਿਛਲੇ 2 ਹਫ਼ਤਿਆਂ ਤੋਂ ਇੱਥੇ ਬੈਠੇ ਹੈ, ਤਾਂ ਹੁਣ ਉਹ ਗੱਲਾਂ ਰਿਪੀਟ ਕਰਨੀਆਂ ਦਾ ਕੋਈ ਮਾਇਨਾ ਨਹੀਂ। ਹੁਣ ਇਸ ਕਰਕੇ ਉਹ ਗੱਲਾਂ ਵਾਰ-ਵਾਰ ਕਿਸਾਨ ਇਸੇ ਗੱਲ ਤੇ ਅੜੇ ਹੋਏ ਹੈ ਕਿ ਨਹੀਂ, ਹੁਣ ਤੁਸੀਂ ਤਿੰਨੋਂ ਐਕਟ ਰਿਪੀਲ ਕਰੋ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਮੈਨੂੰ ਲੱਗਦਾ ਕਿ ਹਜੇ ਵੀ ਜੇ ਗੌਰਮੈਂਟ ਇਹ ਐਕਟ ਰਿਪੀਲ ਕਰਨ ਦੀ ਜਿਹੜੀ ਉਹਨਾਂ ਦੀ ਗੱਲ ਹੈ ਉਸ ਤੇ ਮੰਨ ਜਾਂਦੀ ਹੈ, ਤਾਂ ਵੀ ਗਵਰਨਮੈਂਟ ਆਫ ਇੰਡੀਆ ਫਾਇਦੇ 'ਚ ਰਹੇਗੀ। ਕਿਉਂਕਿ ਤੁਸੀਂ ਦੇਖੋ ਕਿ ਹੁਣ ਸਾਰੀਆਂ ਸਟੇਟਾਂ ਤੋਂ ਇਹ ਮੰਗ ਉੱਠਣ ਲੱਗੀ ਹੈ ਕਿ ਸਾਰੀਆਂ ਫਸਲਾਂ ਜਿੰਨੀਆਂ ਹੈਗੀਆਂ ਨੇ ਉਹ ਸਾਰੀਆਂ MSP ਤੇ ਖਰੀਦੀਆਂ ਜਾਣ। ਤੇ ਇਹ ਮੈਨੂੰ ਲੱਗ ਰਿਹਾ ਕਿ ਇਹ ਗਵਰਨਮੈਂਟ ਆਪਣੇ ਲਈ ਮੁਸੀਬਤ ਹੋਰ ਵਧਾ ਲੇਗੀ। ਜਿਸ ਤਰ੍ਹਾਂ ਹਰਕਮਲ ਭਾਜੀ ਹੋਰਾਂ ਨੇ ਕਿਹਾ ਕਿ ਵੀ ਹੁਣ ਇੱਥੇ ਜਿਹੜੇ ਫਾਰਮਰ ਬੈਠੇ ਆ, ਜਿੰਨੀ ਸੰਖਿਆ ਦੇ ਵਿੱਚ ਬੈਠੇ ਹੈ, ਉਸ ਦੇ ਉੱਤੇ ਤੁਸੀਂ ਹੁਣ ਬਲ ਪ੍ਰਯੋਗ ਵੀ ਨਹੀਂ ਕਰ ਸਕਦੇ, ਕਿਉਂਕਿ ਪੈਰਾਮਿਲਟਰੀ ਫੋਰਸਿਸ ਨੇ ਜਾਂ ਮਿਲਟਰੀ ਨੇ ਵੀ ਇਸ ਤੋਂ ਥੋੜ੍ਹਾ ਜਿਹਾ ਆਪਣਾ ਹੱਥ ਪਿੱਛੇ ਖਿੱਚ ਕੇ ਰੱਖਿਆ ਹੋਇਆ ਹੈ ਕਿ ਨਹੀਂ, ਇਹ ਕੋਈ ਮਤਲਬ ਦੇਸ਼ ਦੇ ਦੁਸ਼ਮਣ ਨਹੀਂ ਹੈ ਕਿ
ਸਾਡੀ ਫੋਰਸ ਉਸ ਤੇ ਅਪਲਾਈ ਕੀਤੀ ਜਾਏ, ਹੈ ਨਾ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੈਨੂੰ ਲੱਗਦਾ ਕਿ ਹੋਰ ਗੁੰਝਲਦਾਰ ਹੁੰਦੀਆਂ ਜਾ ਰਹੀਆਂ। ਤਾਂ ਸਾਨੂੰ ਸਾਡਾ ਅੱਛਾ ਇਹੀ ਹੋਏਗਾ ਕਿ ਨਵੇਂ ਸਿਰੇ ਤੋਂ ਇਹ ਐਕਟ ਰਿਪੀਲ ਕਰਕੇ ਇਹਨਾਂ ਸਾਰੇ ਸਟੇਕ ਹੋਲਡਰਸ ਨੂੰ ਬਿਠਾਇਆ ਜਾਏ ਔਰ ਉਹ ਜਿਹੜੇ ਡਰਾਫਟ ਜੋ ਵੀ ਬਣਨ ਉਹਨਾਂ ਨੂੰ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਜਾਏ, ਉਹਨਾਂ ਨੂੰ ਵੈਬਸਾਈਟਾਂ ਤੇ ਰੱਖਿਆ ਜਾਏ ਤਾਂ ਕਿ ਸਾਰੇ ਬੰਦੇ ਆਪਣੇ ਜਿਹੜੇ ਵਿਚਾਰ ਨੇ ਉਸ ਤੇ ਦੇ ਸਕਣ ਤੇ ਉਹਦੇ ਬਾਅਦ ਜੋ ਚੀਜ਼ ਛਣ ਕੇ ਆਏਗੀ ਉਹ ਲਾਗੂ ਕੀਤੀ ਜਾਏ। ਜੇ ਗਵਰਨਮੈਂਟ ਸੱਚਮੁੱਚ ਸੁਧਾਰ ਕਰਨਾ ਚਾਹੁੰਦੀ ਹੈ ਕੋਈ ਤਾਂ। ਜੀ ਇਹਦੇ ਵੀ ਇੱਕ ਸਵਾਲ ਜਿਹੜਾ ਹੈਗਾ ਮੈਂ ਜ਼ਰੂਰ ਅੱਗੇ ਜਾਣ ਤੋਂ ਪਹਿਲਾਂ ਲੈਣਾ ਚਾਹਾਂਗਾ। ਜੀ ਸਰ। ਕਿ ਜਿਸ ਤਰੀਕੇ ਨਾਲ ਕੇਂਦਰ ਦਾ ਹੁਣ ਰਵੱਈਆ ਰਿਹਾ, ਪਹਿਲਾਂ ਕੇਂਦਰੀ ਖੇਤੀ ਮੰਤਰੀ ਦੀ ਗੱਲ ਕਰ ਲਈਏ, ਅਧਿਕਾਰੀਆਂ ਦੀ ਗੱਲ ਕਰ ਲਈਏ, ਜਾਣੀ ਉਨਾ ਹੀ ਕਿਸਾਨ ਜਥੇਬੰਦੀਆਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਰਹੇ ਕਿ ਗੁੰਮਰਾਹ ਹੋ ਗਈਆਂ, ਕਦੇ ਕਹਿੰਦੇ ਜੀ ਇਹਨਾਂ ਪਿੱਛੇ ਅਮਰਿੰਦਰ ਹੈ, ਕਿਤੇ ਕਹਿੰਦੇ ਜੀ ਇਹਨਾਂ ਪਿੱਛੇ ਨਕਸਲੀ ਹੈ, ਕਿਤੇ ਕਹਿੰਦੇ ਕਿ ਇਹਨਾਂ ਪਿੱਛੇ ਖਾਲਿਸਤਾਨੀ ਹੈ, ਉਹਨਾਂ ਨਾਲ ਹੀ ਤੁਸੀਂ 6-6 7-7 ਘੰਟੇ ਮੀਟਿੰਗਾਂ, ਅਮਿਤ ਸ਼ਾਹ ਵਰਗਾ ਨੇਤਾ ਗ੍ਰਹਿ ਮੰਤਰੀ ਜਿਹਦੇ ਕੋਲ ਸਮਾਂ ਹੀ ਨਹੀਂ ਹੁੰਦਾ ਕਿਸੇ ਨਾਲ ਗੱਲ ਕਰਨ ਦੇ ਲਈ, ਉਹ ਵੀ ਘੰਟਿਆਂ ਬੱਧੀ ਬੈਠ ਕੇ ਡਾਇਲਾਗ ਕਰਨ ਲੱਗਿਆ ਕਿਸਾਨ ਜਥੇਬੰਦੀਆਂ ਦੇ ਨਾਲ, ਜਿਨ੍ਹਾਂ ਦਾ ਕੁੱਲ ਘੰਟੇ ਗਿਣ ਲਈਏ ਜੇ ਸ਼ਾਇਦ ਕਿਤੇ ਇਸ ਤੋਂ ਪਹਿਲਾਂ ਅੱਧਾ ਸਮਾਂ ਵੀ ਲਾ ਦਿੱਤਾ ਜਾਂਦਾ, ਜਿਵੇਂ ਤੁਸੀਂ ਕਹਿੰਦੇ ਆ ਪਾਰਲੀਮੈਂਟ 'ਚ ਹੀ ਗੱਲ ਮੰਨ ਲਈ ਜਾਂਦੀ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਜਦੋਂ ਪੰਜਾਬ ਦਾ ਕਿਸਾਨ ਪੰਜਾਬ ਦੇ ਹੀ ਰੇਲਵੇ ਟਰੈਕਾਂ ਤੇ ਬੈਠਾ ਸੀ ਉਦੋਂ ਕਦੇ ਅਮਰਿੰਦਰ ਦੀ ਕੂਣੀ ਮਰੋੜਤੀ, ਕਦੇ ਕਹਿਤਾ ਜੀ ਇਹਨਾਂ ਨੂੰ ਰੇਲਵੇ ਟਰੈਕਾਂ ਤੇ ਉਠਾਓ। ਇਹੋ ਜਿਹੀਆਂ ਜਿਹੜੀ ਨਿੱਕੀਆਂ ਨਿੱਕੀਆਂ ਗੱਲਾਂ 'ਚ ਕੇਂਦਰ ਵਾਲੇ ਬਣੇ ਰਹੇ। ਜੇ ਉਦੋਂ ਇਹ ਸੰਜੀਦਗੀ ਹੁੰਦੀ ਤਾਂ ਸ਼ਾਇਦ ਹੁਣ ਆ ਜਿਹੜਾ ਸਮਾਂ ਬਰਬਾਦ ਕਰ ਰਿਹਾ ਹੈ ਕਿਸਾਨਾਂ ਦਾ ਵੀ ਔਰ ਆਪ ਵੀ ਜਿਹੜਾ ਦੇਸ਼ ਨੂੰ ਵੀ ਪੂਰੇ ਨੂੰ ਚਿੰਤਾ 'ਚ ਪਾਇਆ, ਇਹਦੀ ਸ਼ਾਇਦ ਨੌਬਤ ਨਹੀਂ ਆਉਣੀ ਸੀ। ਜੀ ਇੰਦਰਪ੍ਰੀਤ ਜੀ। ਬਿਲਕੁਲ ਠੀਕ ਕਹਿ ਰਹੇ ਹੋ ਜਗਤਾਰ ਜੀ ਤੁਸੀਂ ਕਿ ਅਗਰ ਅਸੀਂ ਇਹ ਚੀਜ਼ਾਂ ਸਾਰੀਆਂ ਪਹਿਲਾਂ ਕਰ ਲੈਂਦੇ, ਜਦੋਂ 2 ਮਹੀਨੇ ਦੇਖੋ ਇਹ ਉਦੋਂ ਦਾ ਹੀ ਰੌਲਾ ਪੈ ਰਿਹਾ ਜਦੋਂ ਦੇ ਆਰਡੀਨੈਂਸ ਕੀਤੇ ਹੋਏ ਨੇ। ਆਰਡੀਨੈਂਸ ਲਗਾਤਾਰ 3 ਮਹੀਨੇ ਮਤਲਬ ਸਾਡੇ ਉਸ 'ਚ ਲਾਗੂ ਰਹੇ। ਉਸ ਤੋਂ ਬਾਅਦ ਬਿੱਲ ਜਦੋਂ ਪੇਸ਼ ਹੋਏ ਉਦੋਂ ਵੀ ਸਾਡੇ ਕੋਲ ਮੌਕਾ ਸੀ। ਬਿੱਲ ਪੇਸ਼ ਹੋਣ ਤੋਂ ਬਾਅਦ ਜਿਹੜੇ ਫਾਰਮਰ 2 ਮਹੀਨਿਆਂ ਤੋਂ ਰੇਲਵੇ ਟਰੈਕਸ ਤੇ ਬੈਠੇ ਉਦੋਂ ਵੀ ਸਾਡੇ ਕੋਲ ਮੌਕਾ ਸੀ ਤਾਂ ਇਹ ਗੱਲਾਂ ਕੀਤੀਆਂ ਜਾ ਸਕਦੀਆਂ ਸੀਗੀਆਂ। ਲੇਕਿਨ ਜਿਵੇਂ ਹੁੰਦਾ ਨਾ ਕਿ ਇੱਕ ਸੱਤਾ ਦੇ ਵਿੱਚ ਜਦੋਂ ਤੁਸੀਂ ਹੁੰਦੇ ਹੋ ਤਾਂ ਤੁਹਾਡੀ ਸੋਚ ਕਿਸੇ ਹੋਰ ਕਿਸਮ ਦੀ ਹੁੰਦੀ ਹੈ, ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੁੰਦੇ ਹੋ ਤਾਂ ਬਿਲਕੁਲ ਸੋਚ ਡਿਫਰੈਂਟ ਹੁੰਦੀ ਹੈ। ਤਾਂ ਉਹ ਕਈ ਵਾਰ ਉਹ ਸੱਤਾ ਦਾ ਨਸ਼ਾ ਵੀ ਇੱਦਾਂ ਦਾ ਹੁੰਦਾ ਜੋ ਤੁਹਾਨੂੰ ਝੁਕਣ ਲਈ ਮਜਬੂਰ, ਜਦੋਂ ਤੁਹਾਨੂੰ ਲੱਗਦਾ ਕਿ ਝੁਕ ਗਏ ਤਾਂ ਸਾਡੀ ਹੇਠੀ ਹੋ ਜਾਏਗੀ। ਪਰ ਮੈਨੂੰ ਲੱਗਦਾ ਕਿ ਜਿਹੜੇ ਵੱਡੇ ਸਟੇਟਸਮੈਨ ਹੁੰਦੇ ਆ ਉਹ ਝੁਕਣਾ ਵੀ, ਅਗਰ ਝੁਕਦੇ ਵੀ ਹੈ ਤਾਂ ਉਹ ਇੱਕ ਵੱਡੀ ਚੀਜ਼ ਹੁੰਦੀ ਹੈ। ਮਤਲਬ ਆਪਣੇ ਲੋਕਾਂ ਦੀਆਂ ਗੱਲਾਂ ਮੰਨ ਲੈਣੀਆਂ ਇੱਕ ਵੱਡੀ ਚੀਜ਼ ਹੁੰਦੀ ਹੈ, ਨਾ ਕਿ ਉਹਨਾਂ ਨੂੰ ਦਬਾ ਕੇ ਝੁਕਾਉਣਾ ਇਹ ਵੱਡੀ ਗੱਲ ਹੁੰਦੀ ਹੈ। ਮੈਨੂੰ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਉੱਥੇ ਉਸ ਪੱਧਰ ਤੇ ਗਲਤੀ ਹੋਈ ਹੈ। ਔਰ ਕੱਲ ਜਿਵੇਂ ਅਮਿਤ ਸ਼ਾਹ ਹੋਰਾਂ ਦੀ ਨੇ ਵੀ ਇਹ ਮੀਟਿੰਗ 'ਚ ਕਿਹਾ ਫਾਰਮਰਸ ਨੂੰ ਕਿ ਹਾਂ ਸਾਨੂੰ ਇਹ ਪਹਿਲਾਂ ਡਾਇਲੋਗ ਕਰਨਾ ਚਾਹੀਦਾ ਸੀ ਜਦੋਂ ਇਹ ਬਣ ਰਹੇ ਸੀ ਤੇ ਇਹ ਸਾਡੇ ਤੋਂ ਗਲਤੀ ਹੋਈ ਹੈ। ਤਾਂ ਮੈਨੂੰ ਲੱਗਦਾ ਕਿ ਹੁਣ ਵੀ ਮੌਕਾ ਹੈ ਇਹ ਕਿ ਇਹ ਜਿਹੜੇ ਤਿੰਨੋਂ ਬਿੱਲ ਹੈਗੇ ਆ ਇਹ ਰਿਪੀਲ ਕੀਤੇ ਜਾਣ ਔਰ ਨਵੇਂ ਸਿਰੇ ਤੋਂ ਇਹਦੇ ਡਰਾਫਟ ਤਿਆਰ ਕੀਤੇ ਜਾਣ, ਕਿਉਂਕਿ ਖੇਤੀਬਾੜੀ ਸੈਕਟਰ ਦੇ ਵਿੱਚ ਬਹੁਤ ਸੁਧਾਰ ਦੀ ਲੋੜ ਹੈਗੀ ਹੈ। ਚਾਹੇ ਉਹ ਸਾਡੇ ਜਿਹੜੇ ਪੁਰਾਣੇ ਐਕਟ ਹੈਗੇ ਨੇ ਉਹ ਉਹਨਾਂ ਦੇ ਉੱਤੇ ਟਾਈਮ ਟੂ ਟਾਈਮ ਬਹੁਤ ਆਵਾਜ਼ਾਂ ਉੱਠਦੀਆਂ ਰਹੀਆਂ ਉਹਨਾਂ ਦੇ ਖਿਲਾਫ ਕਿ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਔਰ ਲੰਬੇ ਸਮੇਂ ਤੋਂ ਸੁਧਾਰ ਇਸ 'ਚ ਹੋ ਵੀ ਨਹੀਂ ਰਹੇ ਹੈ ਕਿਉਂਕਿ ਇਹ ਕਿਸਾਨਾਂ ਦਾ ਮਸਲਾ ਇਹੋ ਜਿਹਾ ਮਸਲਾ ਜਿਸ 'ਚ ਬਹੁਤ ਹੀ ਸੈਂਟਰ ਗੌਰਮੈਂਟ ਜਿੰਨੀਆਂ ਵੀ ਰਹੀਆਂ ਨੇ ਉਹਨਾਂ ਨੇ ਕਦੇ ਹੱਥ ਹੀ ਨਹੀਂ ਪਾਇਆ ਜਾਂ ਉਸ ਤੇ ਅੱਗੇ ਵਧੇ ਹੀ ਨਹੀਂ। ਬਹੁਤ ਛੋਟੀਆਂ ਚੇਂਜਸ ਕਰਦੇ ਰਹੇ ਨੇ। ਤੇ ਹੁਣ ਜਦੋਂ ਬਹੁਤ ਵੱਡਾ ਮੌਕਾ ਇਸ ਟਾਈਮ ਚੱਲ ਰਿਹਾ ਹੈ ਔਰ ਮੈਨੂੰ ਇਹ ਲੱਗ ਰਿਹਾ ਕਿ ਜਿਸ ਹਿਸਾਬ ਨਾਲ ਡਾਇਲੌਗਸ ਚੱਲ ਰਹੇ ਨੇ 6-6 7-7 ਘੰਟੇ ਫਾਰਮਰ ਯੂਨੀਅਨ ਜਿਹੜੀਆਂ ਹੈਗੀਆਂ ਨੇ ਸਾਡੀਆਂ 40 ਯੂਨੀਅਨਾਂ ਬੈਠੀਆਂ ਨੇ ਡਿਫਰੈਂਟ ਸਟੇਟਾਂ ਦੀਆਂ, ਤਾਂ ਮੈਨੂੰ ਲੱਗਦਾ ਕਿ ਇੱਕ ਚੰਗਾ ਇਹਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਵੀ ਲਿੱਤਾ ਜਾਣਾ ਚਾਹੀਦਾ ਕਿ ਬਹੁਤ ਵਧੀਆ ਡਿਸਕਸ਼ਨ ਹੋ ਰਹੀ ਹੈ। ਤਾਂ ਹੋ ਸਕਦਾ ਕਿ ਜੇ ਗਵਰਨਮੈਂਟ ਇਸ ਲੈਵਲ ਤੇ ਆ ਵੀ ਜਾਏ ਕੱਲ ਨੂੰ ਕਿ ਠੀਕ ਹੈ ਇਹ ਜਿਹੜੇ ਐਕਟ ਹੈਗੇ ਆ ਇਹ ਅਸੀਂ ਰੀਪੀਲ ਕਰ ਰਹੇ ਹਾਂ ਔਰ ਨਵੇਂ ਸਿਰੇ ਤੋਂ ਜੋ ਅਸੀਂ ਡਰਾਫਟ ਤਿਆਰ ਕਰਾਂਗੇ ਤਾਂ ਉਹਨਾਂ 'ਚ ਜਿਹੜੀ ਇਹ ਚਰਚਾ ਹੋਈ ਹੈ ਉਹ ਚਰਚਾ ਵੀ ਉਹਦੇ ਵਿੱਚ ਸ਼ਾਮਿਲ ਹੋਵੇ, ਉਹ ਦੇਖਣ ਨੂੰ ਮਿਲੇ ਸਾਨੂੰ। ਜੀ ਥੈਂਕ ਯੂ ਵੈਰੀ ਮਚ ਹਰਕਮਲ ਜੀ। ਜੋ ਕਮੈਂਟਸ ਜਿਹੜਾ ਹੈਗਾ ਇੰਦਰਪ੍ਰੀਤ ਹੋਣਾ ਨੇ ਕੀਤੇ ਹੈ, ਕੀ ਲੱਗਦਾ ਹੈ ਕਿ ਕੇਂਦਰ ਜਦੋਂ ਖੁਦ ਵੀ ਇਹ ਮੰਨ ਰਿਹਾ ਹੈ ਕਿ ਇਸ ਵੇਲੇ ਬਹੁਤ ਵੱਡੇ
ਨੁਕਸ ਰਹੇ ਹੈ। ਜਦੋਂ ਨਵੇਂ ਖੇਤੀ ਕਾਨੂੰਨ ਬਣਾਏ ਗਏ ਬੜੀਆਂ ਘਾਟਾਂ ਰਹੀਆਂ, ਮੰਨ ਵੀ ਰਹੇ ਆ ਮੀਟਿੰਗਾਂ ਦੇ ਅੰਦਰ ਕਿ ਅਸੀਂ ਬਹੁਤ ਕੁਝ ਬਦਲਣ ਦੀ ਜ਼ਰੂਰਤ ਹੈ। ਜਿਹੜਾ ਪ੍ਰਸਤਾਵ ਭੇਜਿਆ ਉਹਦੇ 'ਚ ਵੀ ਜ਼ਿਕਰ ਹੈ, ਪਰ ਕਹਿੰਦੇ ਕਿ ਜਿਹੜਾ ਉਹ ਖੇਤੀ ਕਾਨੂੰਨਾਂ ਦਾ ਡੱਬਾ ਉਹ ਨਹੀਂ ਬਦਲਣਾ, ਉਹ ਉਹੀ ਦਾ ਉਹੀ ਰੱਖਣਾ ਹੈ। ਕੀ ਲੱਗਦਾ ਹੈ ਕਿ ਕੇਂਦਰ ਨੂੰ ਹੁਣ ਸਿਰਫ ਨੱਕ ਦਾ ਸਵਾਲ ਬਣਾ ਕੇ ਇਸ ਮੁੱਦੇ ਤੇ ਨਹੀਂ ਆਉਣਾ ਚਾਹੀਦਾ? ਜੇ ਬਦਲਣ ਦੀ ਜ਼ਰੂਰਤ ਹੈ, ਜਦੋਂ ਨਰਿੰਦਰ ਕਹਿੰਦੇ ਹੈ, ਤਾਂ ਖੁੱਲ੍ਹਦਿਲੀ ਦੇ ਨਾਲ ਇਹ ਕਾਨੂੰਨ ਬਦਲ ਦੇਣੇ ਚਾਹੀਦੇ ਹੈ ਔਰ ਨਵਾਂ ਖੁੱਲ੍ਹਦਿਲੀ ਦੇ ਨਾਲ ਉਹ ਮਾਹੌਲ ਬਣਾਉਣਾ ਚਾਹੀਦਾ ਹੈ ਜਿਹਦੇ ਨਾਲ ਦੇਸ਼ ਦੇ ਵੀ ਹਿੱਤ 'ਚ ਹੋਏਗਾ ਔਰ ਕਿਸਾਨ ਦੇ ਵੀ ਹਿੱਤ 'ਚ ਹੋ ਸਕਦਾ ਹੈ। ਜੀ ਹਰਕਮਲ ਜੀ। ਦੇਖੋ ਜਗਤਾਰ ਜੀ, ਮੈਂ ਇਹ ਨਹੀਂ ਸਮਝਦਾ ਇਹ ਸਾਡਾ ਮੁਲਕ ਕੋਈ ਮੂਰਖਾਂ ਦਾ ਮੁਲਕ ਹੈਗਾ। ਮੈਂ ਇਹ ਗੱਲ ਜ਼ਰੂਰ ਸਮਝਦਾ ਕਿ ਇਸ ਸਰਕਾਰ ਦੇ ਵਿੱਚ ਵੀ ਸਾਰੇ ਮੂਰਖ ਨਹੀਂ, ਬਹੁਤ ਅਕਲਮੰਦ ਬੰਦੇ ਵੀ ਨੇ ਔਰ ਉਹ ਅੰਡਰਸਟੈਂਡ ਕਰ ਰਹੇ ਨੇ ਵੀ ਜੋ ਹੋ ਗਿਆ ਗਲਤ ਹੋ ਗਿਆ, ਤੁਹਾਨੂੰ ਇੱਥੇ ਅਮੈਂਡਮੈਂਟ ਕਰਨ ਦੀ ਲੋੜ ਹੈ। ਤੁਹਾਨੂੰ ਜੇ ਅਸੀਂ ਕੋਈ ਗਲਤ ਕੰਮ ਕਰ ਲਿਆ ਤੇ ਉਹ ਫੈਸਲਾ ਵਾਪਸ ਲੈ ਲੈਣਾ ਚਾਹੀਦਾ ਹੈ। ਇਸ ਸਰਕਾਰ ਦੇ ਵਿੱਚ ਵੀ ਬੀਜੇਪੀ 'ਚ ਵੀ ਕਈ ਜਿਹੜੇ ਸਿਆਣੇ ਲੋਕ ਨੇ ਉਹ ਮਹਿਸੂਸ ਕਰ ਰਹੇ ਨੇ, ਪਰ ਹਾਲਾਤ ਇਸ ਪਾਰਟੀ 'ਚ ਇੱਕ ਤੁਸੀਂ ਕਹਿ ਸਕਦੇ ਹੋ ਡਿਕਟੇਟਰਾਨਾ ਜਿਹੜਾ ਰਾਜ ਇਸ ਪਾਰਟੀ 'ਚ ਕਾਇਮ ਹੋ ਗਿਆ ਹੈ ਔਰ ਜਿਹਦਾ ਇਸ ਮੁਲਕ ਦੇ ਉੱਤੇ ਵੀ ਅਸਰ ਪੈ ਰਿਹਾ ਹੈਗਾ ਵੀ ਜੋ ਫੈਸਲਾ ਹੈ ਛੋਟੇ ਤੋਂ ਛੋਟਾ ਉਹ ਇੱਕ ਬੰਦੇ ਕੋਲ ਜਾਏਗਾ, ਉਹਦੀ ਅਪਰੂਵਲ ਨਾਲ ਹੀ ਜੋ ਕੁਝ ਹੋ ਸਕਦਾ ਹੈ। ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਬੜਾ ਖਤਰਨਾਕ ਇੱਕ ਰੁਝਾਨ ਔਰ ਟ੍ਰੈਂਡ ਹੈਗਾ ਇਸ ਮੁਲਕ ਲਈ। ਔਰ ਮੈਨੂੰ ਪਿਛਲੇ ਦਿਨਾਂ 'ਚ ਦੱਸਿਆ ਗਿਆ ਸੀ ਕਿ ਪ੍ਰਪੋਜ਼ਲ ਆਈ ਸੀ ਕਿ ਜੀ ਤੁਸੀਂ ਇਹ ਜਿਹੜੇ ਬਿੱਲ ਨੇ ਇਹਨਾਂ ਨੂੰ 6 ਮਹੀਨੇ ਲਈ ਪੋਸਟਪੋਨ ਕਰ ਦਿਓ, ਗਵਰਨਮੈਂਟ ਅਨਾਉਂਸ ਕਰ ਦੇ, ਇੱਕ ਕਮੇਟੀ ਬਣਾ ਦੇ, ਉਹਦੇ 'ਚ ਕਿਸਾਨਾਂ ਦੇ ਬੰਦੇ ਵੀ ਲੈ ਲਓ, ਸਰਕਾਰੀ ਵੀ ਲੈ ਲਓ, ਦੂਜੇ ਵੀ ਲੈ ਲਓ, ਤਾਂ ਜੀ ਕਿ ਅਸੀਂ ਸਾਰੇ ਜਿਹੜੇ ਬਿੱਲ ਨੇ ਇਹਨਾਂ ਨੂੰ ਰਿਵਿਊ ਕਰਾਂਗੇ, ਜਿੱਥੇ ਕਿਤੇ ਇਹਨਾਂ 'ਚ ਕੋਈ त्रुटि हैगी है वो की अमेंडमेंट नाल दूर हो सकती है, रिपील करने नाल दूर हो सकती है। ये सारे पक्षां नूं विचार के 6 महीने च फैसला ले लिया जाए। ਉਹਦੇ ਨਾਲ ਇੱਕ ਇਮੀਡੀਏਟਲੀ ਜਿਹੜਾ ਇੱਕ ਟਕਰਾਅ ਦਾ ਮਾਹੌਲ ਬਣਿਆ ਹੋਇਆ ਸੀ ਇਹ ਸਾਰਾ ਖਤਮ ਹੋ ਸਕਦਾ ਸੀ। ਜਿਹੜੇ ਲੋਕੀ ਹਰਾਸ ਹੋ ਰਹੇ ਨੇ ਸੜਕਾਂ ਤੇ ਬਹਿ ਕੇ ਲੱਖਾਂ ਲੋਕ, ਉਹ ਉਸ ਹਰਾਸਮੈਂਟ ਤੋਂ ਬਚ ਸਕਦੇ ਸੀ। ਪਰ ਮੇਰੇ ਖਿਆਲ 'ਚ ਜਿਵੇਂ ਉਹ ਇੰਦਰਪ੍ਰੀਤ ਜੀ ਕਹਿ ਰਹੇ ਨੇ ਕਿ ਈਗੋ ਕੁਝ ਲੋਕਾਂ ਦੀ ਇੰਨੀ ਇੰਪੋਰਟੈਂਟ ਹੋ ਗਈ ਹੈ, ਇੰਨੀ ਭਾਰੂ ਹੋ ਗਈ ਹੈ ਕਿ ਉਹ ਸਮਝਦੇ ਨੇ ਕਿ ਅਸੀਂ ਜੋ ਫੈਸਲਾ ਲੈ ਲਿਆ ਹੈ ਉਹ ਹੁਣ ਇੱਕ ਇਲਾਹੀ ਤੇ ਸ਼ਾਹੀ ਹੁਕਮ ਹੈਗਾ, ਉਹ ਤੇ ਨਹੀਂ ਬਦਲ ਸਕਦਾ। ਸਰ ਤੁਹਾਨੂੰ ਲੱਗਦਾ ਹੈ ਕਿ ਦੇਸ਼ ਨਾਲੋਂ ਵੀ ਈਗੋ ਵੱਡੀ ਹੋ ਗਈ ਹੈ? ਇਹਨਾਂ ਕੋਈ ਆਗੂਆਂ ਦੀ ਈਗੋ ਦੇਸ਼ ਨਾਲੋਂ ਵੱਡੀ ਹੋ ਗਈ ਹੈ? ਬਿਲਕੁਲ ਵੱਡੀ ਹੋ ਗਈ ਹੈ। ਦੋ ਗੱਲਾਂ ਹੈ, ਇੱਕ ਤੇ ਉਹਨਾਂ ਦੀ ਈਗੋ ਬਹੁਤ ਵੱਡੀ ਹੋ ਗਈ ਹੈ ਔਰ ਜਿਹੜੇ ਬਾਕੀ ਇਸ ਦੇਸ਼ 'ਚ ਲੀਡਰ ਨੇ ਉਹ ਬਹੁਤ ਛੋਟੇ ਹੋ ਗਏ ਨੇ, ਕਿਸੇ 'ਚ ਹਿੰਮਤ ਨਹੀਂ ਹੈਗੀ ਕਿ ਉਹ ਉਸ ਗੱਲ ਨੂੰ ਜਾ ਕੇ ਚੈਲੰਜ ਕਰ ਸਕੇ। ਤੁਸੀਂ ਦੇਖੋ ਇਸ ਮੁਲਕ ਦੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈ, ਚਾਹੇ ਰਾਹੁਲ ਗਾਂਧੀ ਹੈ ਜਾਂ ਕੋਈ ਜਿਹੜੀਆਂ ਬਾਕੀ ਪਾਰਟੀਆਂ ਨੇ, ਉਹਨਾਂ 'ਚ ਵੀ ਕੀ ਜਾਨ ਹੈਗੀ ਹੈ? ਉਹ ਸਾਰੇ ਇਸ ਤਰ੍ਹਾਂ ਸਹਿਮ ਕੇ ਬੈਠੇ ਹੋਏ ਨੇ, ਇਸ ਤਰ੍ਹਾਂ ਡਰ ਕੇ ਬੈਠੇ ਹੋਏ ਨੇ। ਕੋਈ ਕਿਸੇ ਨੂੰ ਇਹ ਡਰੇ ਮੇਰੇ ਤੇ ਇਨਕਮ ਟੈਕਸ ਦਾ ਪੰਗਾ ਨਾ ਪੈ ਜਾਏ, ਕਿਸੇ ਨੂੰ ਇਹ ਮੇਰੇ ਤੇ ਈਡੀ। ਉਹ ਕਾਰਨ ਹੈ ਕਿ ਜੋ ਮਗਰਲੇ ਸਾਲਾਂ ਦੀ ਸਿਆਸਤ ਜਿਵੇਂ ਇਸ ਮੁਲਕ 'ਚ ਚੱਲੀ, ਜਿਵੇਂ ਸਿਆਸਤਦਾਨ ਦੀ ਕਾਰਗੁਜ਼ਾਰੀ ਸੀ, ਜਿਵੇਂ ਉਹਨਾਂ ਨੇ ਲੁੱਟਮਾਰ ਕੀਤੀ, ਉਸ ਲੁੱਟਮਾਰ ਨੇ ਹੁਣ ਸਾਰਿਆਂ ਨੂੰ ਕਾਣਾ ਕੀਤਾ ਹੋਇਆ। ਸਾਰੇ ਡਰੇ ਹੋਏ ਨੇ, ਕੋਈ ਹਿੰਮਤ ਕਰਨ ਨੂੰ ਤਿਆਰ ਨਹੀਂ। ਜੇ ਪੰਜਾਬ ਪੁਲਿਸ ਵਾਲੇ ਦਿੱਲੀ ਜਾ ਕੇ ਦੌੜਾਂ ਲਾ ਰਹੇ ਨੇ, ਉਹਦੇ ਪਿੱਛੇ ਡਰ ਹੀ ਹੈ ਨਾ ਜੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਕਿਉਂ ਉਹਦੇ ਪਿੱਛੇ ਡਰ ਕੀ ਹੈਗਾ। ਤਾਂ ਮੇਰੇ ਖਿਆਲ ਦੇ ਵਿੱਚ ਜਿਹੜੇ ਦੇਸ਼ ਦੇ ਲੋਕ ਨੇ, ਕਿਸਾਨ ਜਿਹੜਾ ਵਿਚਾਰਾ ਇੱਕ ਜਿਨ੍ਹਾਂ ਦਾ ਇਹਨਾਂ ਚੀਜ਼ਾਂ ਨਾਲ ਕੋਈ ਲਾਗਾ ਡਾਗਾ ਨਹੀਂ, ਉਹ ਪਿਸ ਰਿਹਾ ਹੈ। ਔਰ ਮੇਰੇ ਖਿਆਲ 'ਚ ਇਹ ਪ੍ਰਪੋਜ਼ਲ ਬੜੀ ਚੰਗੀ ਸੀ, 6 ਮਹੀਨੇ ਲਈ ਪੋਸਟਪੋਨ ਕਰਦੇ। ਚਲੋ ਮੰਨੀ ਜਾ ਸਕਦੀ ਗੱਲ, FCI ਦਾ 35-40 ਹਜ਼ਾਰ ਕਰੋੜ ਦਾ ਸਾਲ ਦਾ ਨੁਕਸਾਨ ਹੈਗਾ, ਗਵਰਨਮੈਂਟ ਦਾ ਉਹ ਇੱਕ ਆਰਗੂਮੈਂਟ ਹੈਗਾ ਕਿ ਜੀ ਅਸੀਂ ਇੰਨਾ ਪੈਸਾ ਨਹੀਂ ਦੇ ਸਕਦੇ। ਹੋਰ ਇਸ਼ੂਜ਼ ਹੋ ਸਕਦੇ ਨੇ ਜਿਹੜੇ ਉਹ ਸਾਰੇ ਵਿਚਾਰੇ ਜਾ ਸਕਦੇ ਨੇ, ਕਿ ਤੁਸੀਂ ਟਾਈਮ ਰੱਖ ਲਓ, ਉਹ ਵੀ ਵਿਚਾਰੇ ਜਾ ਸਕਦੇ ਨੇ। ਕਿਸਾਨਾਂ ਦੇ ਇਸ਼ੂ ਵੀ ਵਿਚਾਰੇ ਜਾ ਸਕਦੇ ਨੇ, ਕੋਈ ਸਾਂਝਾ ਰਸਤਾ ਕੱਢਿਆ ਜਾ ਸਕਦਾ ਹੈ, ਪਰ ਉਹਦੇ ਤੇ ਕੋਈ ਤਿਆਰ ਹੀ ਨਹੀਂ ਹੋ ਰਿਹਾ ਉਸ ਗੱਲ ਲਈ। ਜੀ ਥੈਂਕ ਯੂ। ਉਸ ਖਾਦ ਦਾ ਨੇਤਾ ਹੀ ਨਹੀਂ ਜਿਹੜਾ ਗੱਲ ਕਹਿ ਸਕੇ। ਪ੍ਰੋਫੈਸਰ ਜੀ ਹਰਕਮਲ ਜੀ ਦਾ ਕਹਿਣਾ ਹੈ ਕਿ ਸਾਡੀ ਸਿਆਸਤ, ਜਿਹੜੇ ਸਾਡੇ ਸਿਆਸਤਦਾਨਾਂ ਦੇ ਕੱਦ ਹੈ ਉਹ ਇੰਨੇ ਬੌਣੇ ਹੋ ਗਏ ਹੈ ਕਿ ਉਹ ਕਹਿਣ ਦੇ ਸਮਰੱਥੀ ਨਹੀਂ ਕਿ ਗਲਤ ਨੂੰ ਗਲਤ ਕਹਿਣ ਜਾਂ ਠੀਕ ਨੂੰ ਠੀਕ ਕਹਿਣ। ਪ੍ਰੋਫੈਸਰ ਜੀ ਇਸ ਮੁੱਦੇ ਤੇ ਜੋ ਖੇਤੀ ਨੂੰ ਲੈ ਕੇ ਸਾਰੇ ਮਾਮਲੇ ਬਣੇ ਹੋਏ ਉਹ ਤਾਂ ਹੈ ਹੀ ਹੈ, ਪਰ ਰਾਜਸੀ ਆਗੂਆਂ ਬਾਰੇ ਵੀ ਬਹੁਤ ਵੱਡਾ ਇੱਕ ਸਵਾਲ ਪ੍ਰੋਫੈਸਰ ਜੀ ਖੜੇ ਹੋ ਰਹੇ ਹੈ। ਉਹ ਇਹ ਹੈ ਕਿ ਇਹ ਵੀ ਲੱਗਦਾ ਹੈ ਜਿਵੇਂ ਬਹੁਤ ਇੱਕ ਕਤਾਰ ਤੋਂ ਹੇਠਾਂ ਚਲੇ ਗਏ ਹੈ। ਇਹਨਾਂ ਦੀ ਜਿਹੜੀ ਪ੍ਰਤਿਭਾ ਕੇ ਲਈ, ਇਹਨਾਂ ਦੀ ਭਰੋਸੇਯੋਗਤਾ ਇੰਨੀ ਹੇਠਾਂ ਚਲੀ ਗਈ ਹੈ ਕਿ ਜਿਹੜੇ ਹੁਣ ਵੱਡੇ ਵੱਡੇ ਇਕੱਠ ਹੋ ਰਿਹਾ, ਉਹਨਾਂ ਇਕੱਠਾਂ 'ਚ ਇਹਨਾਂ ਦਾ ਕੋਈ ਨਾਮ ਹੀ ਸੁਣਨ ਲਈ ਤਿਆਰ ਨਹੀਂ ਪ੍ਰੋਫੈਸਰ ਜੀ।
ਇਹ ਸਥਿਤੀ ਵੀ ਲੱਗਦਾ ਰਾਸ਼ਟਰੀ ਆਗੂਆਂ ਨੇ ਆਪ ਹੀ ਪੈਦਾ ਕੀਤੀ ਹੈ। ਬਿਲਕੁਲ ਠੀਕ ਕਹਿ ਰਹੇ ਹੋ ਜਗਤਾਰ ਜੀ। ਪ੍ਰੋਬਲਮ ਇਹ ਹੈ ਕਿ ਇੱਕ ਪਾਸੇ ਜਿਹੜੀ ਪਾਰਟੀ ਹੈਗੀ ਹੈ ਦਿੱਲੀ ਦੇ ਵਿੱਚ, ਉਹ ਇਲੈਕਸ਼ਨ ਤੋਂ ਬਾਅਦ ਇਹ ਇਲੈਕਸ਼ਨ ਜਿੱਤਦੀ ਜਾ ਰਹੀ ਹੈ, ਚਾਹੇ ਉਹ ਬਿਹਾਰ ਦਾ ਹੋਵੇ, ਰਾਜਸਥਾਨ ਦੇ ਜਿਹੜੇ ਲੋਕਲ ਬਾਡੀ ਦੇ ਇਲੈਕਸ਼ਨ ਹੋਣ, ਕਸ਼ਮੀਰ 'ਚ ਲੈ ਲਓ, ਬਾਕੀ ਜਗ੍ਹਾ ਲੈ ਲਓ, ਤਾਂ ਉਹਨਾਂ ਦਾ ਜਿਹੜਾ ਹਉਮਾ ਹੈ, ਜਿਹੜਾ ਉਹਨਾਂ ਦਾ ਈਗੋ ਹੈ, ਉਹ 7ਵੇਂ ਸਥਾਨ ਤੱਕ ਪਹੁੰਚਿਆ ਹੋਇਆ। ਔਰ ਦੂਜੇ ਪਾਸੇ ਜਿਹੜੀ ਆਪੋਜੀਸ਼ਨ ਪਾਰਟੀਆਂ ਹੈ, ਉਹਨਾਂ ਦੇ ਕਦ ਕਾਠ ਕੋਰਸਪੋਂਡਿੰਗਲੀ ਘਟਦੇ ਜਾ ਰਹੇ ਆ। ਇਸ ਤੋਂ ਇਲਾਵਾ ਮੈਂ ਜਿਹੜੀ ਚੀਜ਼ ਸਮਝਦਾ ਨਾ ਕਿ ਮੋਦੀ ਸਰਕਾਰ ਦੇ ਇਸ ਇਸ਼ੂ ਨੂੰ ਹੱਲ ਕਰਨ ਦੀ ਮਨਸ਼ਾ ਹੀ ਨਜ਼ਰ ਨਹੀਂ ਆਉਂਦੀ, ਕਿਉਂਕਿ ਦੇਖੋ ਜਿੱਦਾਂ ਹੁਣੀ ਹਰਕਮਲ ਜੀ ਨੇ ਕਿਹਾ ਕਿ ਜੇ ਇਹਨੂੰ ਹੱਲ ਕਰਨਾ ਹੋਏ ਕਿ ਦੇਰ ਆਰ ਸੋ ਮੈਨੀ ਵੇਜ਼, ਦੇਰ ਸੋ ਮੈਨੀ ਪ੍ਰਪੋਜ਼ਲ। ਕਮੇਟੀ ਬਣਾ ਲਓ, ਸਸਪੈਂਡ ਕਰ ਲਓ, ਪੰਜਾਬ ਹਰਿਆਣੇ ਨੂੰ ਤੁਸੀਂ ਐਗਜ਼ੈਂਪਟ ਕਰ ਲਓ, 6 ਮਹੀਨੇ ਨਹੀਂ ਕਰ ਲਓ। ਜੇ ਇਹਨੂੰ ਹੱਲ ਕਰਨਾ ਹੋਵੇ ਤਾਂ ਦੇਰ ਆਰ ਸੋ ਮੈਨੀ ਵੇਜ਼। ਦੇਖੋ ਗੱਲ ਹੈ ਕਿ ਮੇਰੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਕਿ ਕੱਲ ਨੀਤੀ ਆਯੋਗ ਦੇ ਜਿਹੜਾ CEO ਹੈਗਾ ਉਹਦਾ ਬਿਆਨ ਹੈ ਕਿ ਜੀ ਹਿੰਦੁਸਤਾਨ ਦੇ ਵਿੱਚ ਜਿਹੜੇ ਰਿਫਾਰਮਸ ਹੈ ਲਾਗੂ ਕਰਨੇ ਬੜੇ ਮੁਸ਼ਕਿਲ ਹੈ, ਕਿਉਂਕਿ ਇੱਥੇ ਡੈਮੋਕ੍ਰੇਸੀ ਬਹੁਤ ਹੈ। ਕਹਿੰਦੇ ਅਸੀਂ ਤਾਂ ਦੇਖੋ ਉਹਨੇ ਅੱਜ ਐਗਰੀ ਲੈ ਕੇ ਆਏ ਹੈ, ਕੱਲ ਲੇਬਰ ਲਾ ਵੀ ਰਿਫਾਰਮ ਕਰਨੇ ਹੈ, ਇੰਡਸਟਰੀ ਦੇ ਵੀ ਕਰਨੇ ਹੈ, ਫਾਈਨੈਂਸ ਦੇ ਵੀ ਕਰਨੇ ਹੈ। ਜੇ ਇੱਦਾਂ ਅਸੀਂ ਜਿਹੜੇ ਹੈ ਛੋਟੇ ਮੋਟੇ ਆਪੋਜੀਸ਼ਨ ਦੇ ਖਿਲਾਫ ਜਿਹੜੇ ਨਾਅਰੇ ਲੱਗਦੇ ਆ, ਅਸੀਂ ਉਹਨਾਂ ਤੋਂ ਪਿੱਛੇ ਹਟ ਜਾਈਏ ਤਾਂ ਰਿਫਾਰਮਸ ਹੋ ਹੀ ਨਹੀਂ ਸਕਣਗੇ। ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਮੋਦੀ ਸਰਕਾਰ ਬਾਰ-ਬਾਰ ਇਹ ਕਹਿੰਦੀ ਰਹੀ ਹੈ ਕਿ ਇਹਦੇ ਵਿੱਚ ਜੀ ਆਪੋਜੀਸ਼ਨ ਪਾਰਟੀਆਂ ਇਸ ਇਸ਼ੂ ਦੇ ਉੱਤੇ ਸਿਆਸਤ ਖੇਡ ਰਹੀਆਂ। ਮੈਂ ਸਮਝਦਾ ਹਾਂ ਕਿ ਜੇ ਕੋਈ ਪਾਰਟੀ ਸਭ ਤੋਂ ਜ਼ਿਆਦਾ ਸਿਆਸਤ ਖੇਡ ਰਹੀ ਹੈ ਤਾਂ ਉਹ ਮੋਦੀ ਸਾਹਿਬ ਦੀ ਪਾਰਟੀ ਹੀ ਹੈਗੀ ਹੈ। ਤੁਸੀਂ ਇਹ ਦੇਖੋ ਕਿ ਮੋਦੀ ਸਾਹਿਬ ਦੀ ਜਿਹੜੀ ਇਹ ਸਰਕਾਰ ਨੇ ਜਿਹੜਾ ਇਸ 'ਤੇ ਇਹ ਲੇਟੈਸਟ ਜਿਹੜਾ ਸਟੈਂਡ ਲਿਆ ਕਿ ਜਾਂ ਤਾਂ ਐਗਰੀ ਬਿੱਲ ਅਮੈਂਡ ਹੋਣਗੇ, ਵਾਪਸ ਲੈਣ ਦਾ ਸਵਾਲ ਨਹੀਂ। ਇਹ ਜਿਹੜਾ ਹਿੰਦੁਸਤਾਨ ਦੇ ਵਿੱਚ ਪਰਸੋਂ ਕਿਸਾਨਾਂ ਦੀ ਕਾਲ ਦੇ ਉੱਤੇ ਭਾਰਤ ਬੰਦ ਹੋਇਆ, ਉਹਦੀ ਜਿਹੜੀ ਰਿਸਪੌਂਸ ਮਿਲੀ ਹੈ ਨਾ, ਉਹਦੀ ਅਸੈਸਮੈਂਟ ਤੋਂ ਬਾਅਦ ਇਹਨਾਂ ਨੇ ਸਟੈਂਡ ਲਿਆ। ਇਹ ਸਾਰਾ ਦਿਨ ਵੇਟ ਕਰਦੇ ਰਹੇ ਔਰ ਅਮਿਤ ਸ਼ਾਹ ਨੇ ਮੀਟਿੰਗ ਜਿਹੜੀ ਸ਼ਾਮ ਨੂੰ 7 ਵਜੇ ਹੋਈ, ਜਦੋਂ ਬੰਦ ਖਤਮ ਹੋ ਗਿਆ। ਇਹਨਾਂ ਨੇ ਇਹ ਦੇਖਿਆ ਹੈ ਕਿ ਪੰਜਾਬ ਹਰਿਆਣਾ ਵਿੱਚ ਬੰਦ ਦਾ ਅਸਰ ਰਿਹਾ, ਹਿਮਾਚਲ ਦੇ ਵਿੱਚ ਨਹੀਂ ਹੋਇਆ, ਦਿੱਲੀ ਦੇ ਵਿੱਚ ਵੀ ਨਹੀਂ ਹੋਇਆ, ਵੈਸਟਰਨ ਯੂਪੀ ਦੇ ਵਿੱਚ ਥੋੜ੍ਹਾ ਬਹੁਤਾ ਹੋਇਆ, ਬਾਕੀ ਸਟੇਟਾਂ ਦੇ ਵਿੱਚ ਕਾਫੀ ਸਟੇਟਾਂ ਜਿਹੜੀਆਂ ਸੀ ਇੱਥੇ ਕੋਈ ਅਸਰ ਨਹੀਂ ਹੋਇਆ। ਬਾਕੀ ਇਹਨਾਂ ਨੇ ਫਿਰ ਇਹ ਅੰਦਾਜ਼ਾ ਲਾ ਲਿਆ ਕਿ ਇਹ ਜਿਹੜੀ ਐਜੀਟੇਸ਼ਨ ਚੱਲ ਰਹੀ ਹੈ ਇਹ ਕੁਛ ਹੀ ਸਟੇਟਾਂ ਤੱਕ ਮਹਿਦੂਦ ਹੈ, ਇਸ ਕਰਕੇ ਆਪਾਂ ਸਟੈਂਡ ਜਿਹੜਾ ਕਰਨਾ ਲਈਏ ਔਰ ਕਿਸਾਨਾਂ ਨੂੰ ਕੋਸ਼ਿਸ਼ ਕਰੀਏ ਕਿ ਇਹਨਾਂ ਨੂੰ ਕੋਈ ਆਪਣੀ ਗੱਲ 'ਤੇ ਮਨਾਉਣ ਦੀ, ਆਪਣੀ ਸੱਤਾ 'ਤੇ ਲੈਣ ਦੀ। ਲੇਕਿਨ ਇਹਦੇ ਵਿੱਚ ਮੇਰਾ ਇਹਦੇ ਵਿੱਚ ਇਹ ਸਬਮਿਸ਼ਨ ਹੈ ਕਿ ਐਡਾ ਵੱਡਾ ਅੰਦੋਲਨ ਹੁਣ ਦਿੱਲੀ ਦੇ ਬਾਰਡਰ ਦੇ ਉੱਤੇ ਆ ਕੇ ਬਹਿ ਗਿਆ, ਉਹਨੂੰ ਲਾਅ ਐਂਡ ਆਰਡਰ ਦੀ ਸਮੱਸਿਆ ਦੇ ਤੌਰ ਦੇ ਉੱਤੇ ਨਾ ਸਮਝਿਆ ਜਾਏ, ਕਿਉਂਕਿ ਇਹਦੇ ਨਾਲ ਜਿਹੜੀ ਹੈ ਖਰਾਬ ਹੋਏਗੀ। ਹੋਰ ਕਈ ਤਾਕਤਾਂ ਜਿਹੜੀਆਂ ਇਹਨੂੰ ਹਾਈਜੈਕ ਕਰ ਸਕਦੀਆਂ ਔਰ ਇਹ ਗਲਤ ਪਾਸੇ ਵੀ ਜਾ ਸਕਦਾ। ਤਾਂ ਸਰਕਾਰ ਥੋੜ੍ਹਾ ਜਿਹਾ ਹੋਸ਼ 'ਤੇ ਜਿਹੜਾ ਹੈ ਹੋਸ਼ ਨਾਲ ਕਾਬੂ ਲੈਂਦੇ ਹੋਏ ਬੜੇ ਸੰਜੀਦਾ ਢੰਗ ਨਾਲ ਇਹਨੂੰ ਟੈਕਲ ਕਰਨਾ ਚਾਹੀਦਾ ਹੈ। ਬੜਾ ਸੈਂਸਿਟਿਵ ਮਸਲਾ ਹੈ ਔਰ ਪੰਜਾਬ ਦੇ ਕਿਸਾਨ ਦੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਮਸਲਾ ਜੀ। ਬਿਲਕੁਲ ਸਹੀ ਕਹਿ ਰਹੇ ਹੋ ਪ੍ਰਾਸ਼ੀ ਜੀ, ਥੈਂਕ ਯੂ ਵੈਰੀ ਮਚ। ਇਹਦੇ ਵਿੱਚ ਜੋ ਪ੍ਰਾਸ਼ੀ ਜੀ ਨੇ ਸਵਾਲ ਖੜਾ ਕੀਤਾ ਹੈ, ਉਹਨਾਂ ਦਾ ਕਹਿਣਾ ਕਿ ਵੀ ਕੇਂਦਰ ਸ਼ਾਇਦ ਇਸ ਤਰ੍ਹਾਂ ਦੀਆਂ ਗਿਣਤੀਆਂ ਮਿੰਤੀਆਂ 'ਚ ਵੀ ਪਿਆ ਹੋਇਆ ਕਿ ਕੌਮੀ ਪੱਧਰ 'ਤੇ ਕਿੰਨਾ ਕੁ ਹੁੰਗਾਰਾ ਮਿਲ ਰਿਹਾ ਹੈ। ਸਵਾਲ ਕੌਮੀ ਪੱਧਰ ਦੇ ਹੁੰਗਾਰੇ ਦਾ ਨਹੀਂ, ਇਹ ਮੂਵਮੈਂਟ ਦਾ ਪੰਜਾਬ 'ਚ ਉੱਠੀ ਹੈ ਤੇ ਦੇਸ਼ ਦੇ ਭਰ ਦੇ ਵਿੱਚ ਇਹ ਫੈਲ ਰਹੀ ਹੈ ਕਿ ਇੱਦਾਂ ਦੀਆਂ ਗਿਣਤੀਆਂ ਮਿੰਤੀਆਂ ਦੇ ਨਾਲ ਇਸ ਮੂਵਮੈਂਟ ਨੂੰ ਦਬਾਇਆ ਜਾ ਸਕੇਗਾ, ਕਿਉਂਕਿ ਦਿੱਲੀ ਤੇ ਜਿੱਥੇ ਮੂਵਮੈਂਟ ਪਹੁੰਚੀ ਵੀ ਹੈ, ਕੌਮਾਂਤਰੀ ਪੱਧਰ ਤੇ ਪਹੁੰਚ ਗਈ ਹੈ, ਕੌਮਾਂਤਰੀ ਪੱਧਰ ਤੇ ਪਹੁੰਚ ਚੁੱਕੀ ਹੈ ਇਸ ਵੇਲੇ ਜੀ। ਦੇਖੋ ਇਹਦੇ 'ਚ ਦੋ ਸਵਾਲ ਤਾਂ ਹੈਗੇ ਹੀ ਨੇ, ਮਤਲਬ ਜਿਹੜੇ ਉਹ ਹੈਗੇ ਆ ਕਿ ਗੌਰਮੈਂਟ ਗਿਣਤੀਆਂ ਮਿਣਤੀਆਂ 'ਚ ਤਾਂ ਪਈ ਹੋਈ ਹੈ, ਤੇ ਲੇਕਿਨ ਇਹ ਵੀ ਹੈ ਕਿ ਸਾਨੂੰ ਦੇਖਣਾ ਚਾਹੀਦਾ ਕਿ ਪੰਜਾਬ ਤੇ ਹਰਿਆਣਾ ਜਾਂ ਵੈਸਟਰਨ ਯੂਪੀ ਇਹੀ ਜਿਹੜੀਆਂ 2-3 ਸਟੇਟਾਂ ਹੈਗੀਆਂ ਨੇ ਜ਼ਿਆਦਾ ਕਿਉਂ ਮਤਲਬ ਉਗਰ ਹੋ ਰਹੀਆਂ ਨੇ। ਉਹ ਇਸ ਕਾਰਨ ਕੀ ਹੈ ਕਿ ਜਿਹੜਾ ਸਿਸਟਮ ਬਣਿਆ ਹੋਇਆ ਉਹ ਹੈ ਵੀ ਇਹਨਾਂ 3 ਸਟੇਟਾਂ ਦੇ ਵਿੱਚ ਹੀ ਹੈ ਨਾ ਜੀ, ਬਾਕੀ ਤਾਂ ਕਿਤੇ ਮਤਲਬ ਸਿਸਟਮ ਹੀ ਨਹੀਂ ਹੈ। ਤੇ ਜੋ ਪਹਿਲਾਂ ਉੱਥੇ ਸਿਸਟਮ ਨਹੀਂ ਹੈ ਤੇ ਮਤਲਬ ਉਹਦਾ ਵਿਗੜਿਆ ਵੀ ਕੀ ਹੈ, ਤੇ ਯਾਰ ਨਵੇਂ ਖੇਤੀ ਬਿੱਲ ਉਹਦਾ ਵਿਗਾੜ ਵੀ ਕੀ ਲੈਣਗੇ। ਸੋ ਇਹ ਕਰਕੇ ਉੱਥੋਂ ਮਤਲਬ ਉਹ ਰਿਸਪੌਂਸ ਨਹੀਂ ਆ ਰਿਹਾ। ਮੈਂ ਜਿਹੜੀ ਪਹਿਲਾਂ ਗੱਲ ਕਹੀ ਸੀਗੀ ਕਿ ਜਿਹੜੀ ਸਾਡੇ ਕੋਲੇ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ, ਉਹਦੇ ਵਿੱਚ ਤੁਸੀਂ ਐਕਸਕਲੂਡ ਕਰ ਦਿਓ, ਜਿੱਥੇ ਸਿਸਟਮ ਬਣਿਆ ਹੋਇਆ ਹੈ ਉਹਨਾਂ ਨੂੰ ਤੁਸੀਂ ਐਕਸਕਲੂਡ ਕਰ ਸਕਦੇ ਹੋ। ਅਗਰ ਕੋਈ ਮਸਲੇ ਦਾ ਹੱਲ ਹੀ ਕੱਢਣਾ ਹੈ ਤਾਂ ਹੱਲ ਤਾਂ ਬਹੁਤ ਨੇ,
ਐ ਤਾਂ ਹੈ ਨਹੀਂ ਕਿ ਹੱਲ ਨਹੀਂ ਨਿਕਲੇ, ਪਰ ਇੱਕ ਤਾਂ ਇਹ ਹੈ ਕਿ ਉਹ ਕਦਮ ਟਾਈਮਲੀ ਚੱਕਣੇ ਚਾਹੀਦੇ ਸੀਗੇ। ਹੁਣ ਗੱਲ ਬਹੁਤ ਅੱਗੇ ਨਿਕਲ ਗਈ ਹੈ। ਹੁਣ ਜਿੱਥੇ ਸਰਕਾਰ ਦੀ ਈਗੋ ਤੇ ਫਾਰਮਰ ਦੀ ਵੀ ਈਗੋ ਹੈ, ਉਹ ਫਾਰਮਰਸ ਵੀ ਹੁਣ ਚਾਹੁੰਦੇ ਕਿ ਹੁਣ ਫਾਰਮਰ ਲੀਡਰ ਤਾਂ ਭਾਵੇਂ ਮੰਨ ਜਾਣ ਕਿ ਹਾਂ ਠੀਕ ਹੈ ਕਿ ਅਸੀਂ ਅਮੈਂਡਮੈਂਟਸ ਤੇ ਮੰਨ ਜਾਣੇ, ਲੇਕਿਨ ਜਿਹੜੇ ਉੱਥੇ ਫਾਰਮਰ ਬੈਠੇ ਹੈ ਉਹ ਨਹੀਂ ਮੰਨਣ ਦੇਣਗੇ ਉਹਨਾਂ ਨੂੰ। ਉਹ ਇਸ ਕਰਕੇ ਅੜੇ ਹੋਏ ਆ ਕਿ ਪੂਰੇ ਬਿੱਲ ਵਾਪਸ ਹੋਣਗੇ ਤਾਂ ਹੀ ਉੱਠਾਂਗੇ ਉਤੋਂ। ਤੇ ਇਹ ਫਾਰਮਰ ਕਿਹਨੇ ਪੈਦਾ ਕੀਤੀ? ਦੇ ਲੀਡਰ ਜਿਹੜੇ ਉੱਥੇ ਖੜ੍ਹੇ ਹੈ ਉਹਨਾਂ ਲਈ ਵੀ ਉਹਨਾਂ ਦੀ ਦਿੱਕਤ ਹੈ। ਜਿਹੜੀ ਗਿਣਤੀਆਂ ਮਿਣਤੀਆਂ ਦੀ ਗੱਲ ਤੁਸੀਂ ਕੀਤੀ ਹੈਗੀ ਹੈ, ਉਹ ਜ਼ਰੂਰ ਮਤਲਬ ਗਵਰਨਮੈਂਟ ਆਫ ਇੰਡੀਆ ਜਿਹੜੀ ਹੈਗੀ ਹੈ ਉਹ ਕਰਦੀ ਹੈ। ਉਹ ਦੇਖ ਕੇ ਅੱਗੇ ਕੋਈ 1 ਜਾਂ 2 ਪ੍ਰਪੋਜ਼ਲਾਂ ਹੋਰ ਦੇ ਦਿੰਦੀ ਹੈ ਤੇ ਫਿਰ ਉਹ ਮਤਲਬ ਗੱਲ ਹੋਰ ਸੁਲਝਣ ਦੀ ਬਜਾਏ ਉਲਝਦੀ ਜਾ ਰਹੀ ਹੈ। ਉਲਝਦੀ ਹੈ ਜੀ। ਥੈਂਕ ਯੂ ਵੈਰੀ ਮਚ। ਇਸ ਮੁੱਦੇ ਤੇ ਆਉਣ ਲਈ ਇੰਦਰਪ੍ਰੀਤ ਜੀ, ਪ੍ਰਾਸ਼ਾ ਜੀ, ਹਰਕਮਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ। ਦਰਸ਼ਕਾਂ ਦੇ ਲਈ ਸੁਨੇਹਾ, ਇਸ ਵੇਲੇ ਜਿਹੜਾ ਕਿਸਾਨੀ ਦਾ ਮੁੱਦਾ 3 ਨਵੇਂ ਖੇਤੀ ਕਾਨੂੰਨ ਰੱਦ ਕਰਾਉਣ ਨੂੰ ਲੈ ਕੇ ਕਿਸਾਨੀ ਦਾ ਅੰਦੋਲਨ ਫੈਸਲਾਕੁਨ ਦੌਰ ਦੇ ਵਿੱਚ ਦਾਖਲ ਹੋ ਚੁੱਕਾ ਹੈ। ਮੀਡੀਆ ਦੀ ਬਗੈਰ ਕਿਸੇ ਲੱਗ ਲਪੇਟ ਦੇ ਜਿਹੜੀ ਟਿੱਪਣੀਆਂ, ਉਮੀਦ ਹੈ ਸਾਡੇ ਦਰਸ਼ਕਾਂ ਨੂੰ ਪਸੰਦ ਆਏਗੀ ਸੱਚ ਦੀ ਪੇਸ਼ਕਾਰੀ, ਤੇ ਤੁਸੀਂ ਆਪਣੇ ਜਿਹੜੇ ਕਮਿਊਨੀਕੇਸ਼ਨ ਦੇ ਸੋਰਸ ਹੈ, ਜਿੱਦਾਂ ਹਮੇਸ਼ਾ ਹੀ ਤੁਹਾਨੂੰ ਕਹਿਣਾ ਹੈ, ਤੁਸੀਂ ਇਹਨੂੰ ਸ਼ੇਅਰ ਵੀ ਕਰੋਗੇ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਇੱਕ ਵਾਰ ਤੁਹਾਡੇ ਸਾਰਿਆਂ ਵੱਲੋਂ ਮੁੜ ਆਪਣੇ 3 ਕਦਾਵਰ ਜਰਨਲਿਸਟਾਂ ਦਾ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।